सतनाम वाहिगुरु साहिब जी। तो मैं आया सरनी आया, भरोसे आया किरपा आया। जो पावै त्यो राखो स्वामी, मार्ग गुर है पठाया। करवत पला ना करवट तेरी, लाग गले सुन बिनती मेरी। हौ वारी मुख फेर प्यारे, करवट दे मोको काहे को मारे। जो तन चीर है अंगना मोरों, पिंड परै तो प्रीत न तोरों। हम तुम बीच पयो नहीं कोई, तुम हे सुकंत नार हम सोई। कहो कबीर सुनो रे लोई, अब तुमरी प्रतीत न होई। बेसुमार अथाह अगनत अतुल्य, जो बुलावो त्यो नानक दास बोले। सतनाम वाहिगुरु साहिब जी। कबीर ना हम किया ना करेंगे, ना कर सकै शरीर। क्या जानो किश हर किया, पह्यो कबीर कबीर। कबीर सुपनै हू बरडाए कै, जिह मुख निकसै राम। ताके पग की पान ही, मेरे तन को चाम। कबीर माटी के हम पूतरे, मानस राख्यो नाव। 4 दिवस के पाहुने, बड बड रूंदे ठाव। कबीर मेहदी कर कहलिया, आप पीसाए पीसाए। तैसह बात न पूछिए, कबहू न लाई पाए। तैसह बात न पूछिए, कबहू न लाई पाए। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज
ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰੀ ਨਦਰ ਕਰਕੇ ਸਾਨੂੰ ਸਭ ਨੂੰ ਸਤ ਸੰਗਤ ਰੂਪ ਵਿੱਚ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਅਧਿਆਤਮ ਮਾਰਗ ਦੇ ਉੱਪਰ ਸਤਿਗੁਰੂ ਦੇ ਸ਼ਬਦ ਦੀ ਅਗਵਾਈ ਦੇ ਵਿੱਚ ਆਪਣੇ ਜੀਵਨ ਦੀ ਨਿਰਮਲ ਸਾਧਨਾ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਣ ਕੇ ਗੁਰੂ ਕੀ ਕਿਰਪਾ ਦੇ ਪਾਤਰ ਬਣਨ ਦਾ ਨਿਰਮਲ ਉਦਮ ਕਰ ਰਹੇ ਸੀ। ਸੋ ਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਸ਼ਲੋਕਾਂ ਦੀ ਲੜੀਵਾਰ ਆਪ ਦੀ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਲੜੀਵਾਰ ਰੂਪ ਦੇ ਸ਼ਲੋਕਾਂ ਦੀ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਦੁਆਰ ਹੈ, ਜਿਹਨੂੰ ਮੁਕਤ ਦੁਆਰ ਕਿਹਾ ਜਾਂਦਾ ਹੈ, ਉਹ ਬੜਾ ਕਠਿਨ ਹੈ, ਬੜਾ ਬਾਰੀਕ ਹੈ ਅਤੇ ਉਹਦੇ ਵਿੱਚੋਂ ਗੁਜ਼ਰਨ ਦੇ ਲਈ ਮਨੁੱਖ ਨੂੰ ਓਨਾ ਹੀ ਬਾਰੀਕ ਹੋਣਾ ਪੈਂਦਾ ਹੈ। ਪਰ ਜੇ ਪੂਰਨ ਸਤਿਗੁਰੂ ਮਿਲ ਜਾਏ ਤਾਂ ਜਿਹੜਾ ਮੁਕਤੀ ਦਾ ਦੁਆਰ ਬੜਾ ਕਠਿਨ ਕਿਹਾ ਜਾਂਦਾ ਹੈ, ਸਤਿਗੁਰੂ ਸਾਧਨਾ ਹੀ ਐਸੀ ਬਖਸ਼ ਦਿੰਦੇ ਹਨ ਜਿਹਦੇ ਨਾਲ ਸਹਿਜੇ ਹੀ ਮਨ ਸ਼ੁੱਧ ਹੋ ਜਾਂਦਾ ਹੈ, ਜਿਹੜਾ ਚਿੱਤ ਹੈ ਨਿਰਮਲ ਹੋ ਜਾਂਦਾ ਹੈ, ਸੁਰਤ ਜਿਹੜੀ ਹੈ ਉਹ ਗੁਰੂ ਚਰਨਾਂ ਵਿੱਚ ਅਭੇਦ ਹੋ ਜਾਂਦੀ ਹੈ ਅਤੇ ਜੀਵਨ ਦੇ ਹਰੇਕ ਕਰਮ ਦੀ ਬੜੀ ਦੀਰਘ ਸੋਝੀ ਆ ਜਾਂਦੀ ਹੈ ਅਤੇ ਮਨੁੱਖ ਮੁਕਤ ਸਰੂਪ ਹੋ ਕੇ ਜੀਵਨ ਮੁਕਤ ਪਦ ਦਾ ਅਧਿਕਾਰੀ ਬਣ ਜਾਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਅਗਰ ਆਪਣਾ ਸਮੁੱਚਾ ਜੀਵਨ ਅਕਾਲ ਪੁਰਖ ਦੇ ਪ੍ਰਤੀ, ਗੁਰੂ ਸਰੂਪ ਪ੍ਰਤੀ ਸਮਰਪਣ ਕਰ ਦਿੱਤਾ ਜਾਵੇ ਅਤੇ ਫਿਰ ਜੀਵਨ ਦੀ ਵੱਡੀ ਮਹਿਮਾ ਹਾਸਲ ਹੁੰਦੀ ਹੈ। ਜਦੋਂ ਤੱਕ ਮਨੁੱਖ ਆਪਣੇ ਛੋਟੇ ਰੁਤਬਿਆਂ ਜਾਂ ਛੋਟੀਆਂ ਵੰਡਾਂ ਜਾਂ ਛੋਟਿਆਂ ਮਰਾਤਬਿਆਂ ਦੇ ਤਲ 'ਤੇ ਭਰਮਦਾ ਰਹਿੰਦਾ ਹੈ, ਉਦੋਂ ਤੱਕ ਪ੍ਰਭੂ ਦੀ ਜਿਹੜੀ ਅਸੀਮ ਵਡਿਆਈ ਹੈ ਉਹਦੇ ਹਿੱਸੇ ਨਹੀਂ ਆਉਂਦੀ। ਇਸ ਕਰਕੇ ਸਮੁੱਚਾ ਸਮਰਪਣ ਕਰਨਾ ਜ਼ਰੂਰੀ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ। ਅਧਿਆਤਮਿਕ ਸਾਧਨਾ ਦੇ ਵਿੱਚ ਇੱਕ ਗੱਲ ਬੜੇ ਚੇਤੰਨ ਹੋ ਕੇ, ਬੜੇ ਸਜਗ ਹੋ ਕੇ ਯਾਦ ਰੱਖਣੀ ਪੈਂਦੀ ਹੈ ਕਿ ਜਦੋਂ ਸਮਰਪਣ ਸਹਿਤ ਬੰਦਗੀ ਦਾ, ਸੇਵਾ ਦਾ ਕੋਈ ਵੀ ਕਰਮ ਕਰ ਰਹੇ ਹਾਂ ਤਾਂ ਉਦੋਂ ਕੋਈ ਵੀ ਐਸੀ ਸਥਿਤੀ ਬਾਕੀ ਨਾ ਬਚੇ ਕਿ ਮਨੁੱਖ ਦੇ ਕੋਲ ਕਿਸੇ ਪ੍ਰਕਾਰ ਦੀ ਹਉਮੈ ਦਾ ਕੋਈ ਅੰਸ਼ ਜਾਂ ਕੋਈ ਨਿੱਜ ਦੇ ਹੋਣ ਦਾ ਅੰਸ਼ ਬਾਕੀ ਰਹਿ ਜਾਏ। ਜਦੋਂ ਸਮੁੱਚਾ ਸਮਰਪਣ ਕਰ ਦਿੱਤਾ ਹੈ ਤਾਂ ਫਿਰ ਮਗਰ ਉਸ ਦਾ ਜ਼ਿਕਰ ਤੱਕ ਵੀ ਰਹਿਣਾ ਜਿਹੜਾ ਹੈ ਉਹ ਸਾਧਨਾ ਦੇ ਵਿੱਚ ਠੀਕ ਨਹੀਂ ਮੰਨਿਆ ਜਾਂਦਾ, ਜਿਹੜੀ ਸੰਪੂਰਨ ਸਾਧਨਾ ਹੈ। ਤਾਂ ਇਸੇ ਪ੍ਰਕਾਰ ਹੁਣ ਪਹਿਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਮਤ ਹਰ ਪੂਛੈ ਕੌਣ ਹੈ ਪਰਾ ਹਮਾਰੈ ਬਾਰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਮੇਰੇ ਇਸ ਤਰ੍ਹਾਂ ਦੇ ਮਨੋਭਾਵ ਨੇ ਜਿਹਦੇ ਵਿੱਚ ਮੈਂ ਅਕਾਲ ਪੁਰਖ ਦੇ ਬੰਦਗੀ ਮਾਰਗ 'ਤੇ ਚਲਦਿਆਂ ਸਾਰਾ ਕੁਝ ਅਰਪਣ ਕਰ ਦਿੱਤਾ ਹੈ, ਆਪਣੀ ਜਾਤ ਦੀ ਹੋਂ, ਆਪਣੀ ਭਗਤੀ ਦੀ ਸਾਰਾ ਕੁਝ ਅਰਪਣ ਕਰ ਦਿੱਤਾ ਹੈ, ਅਤੇ ਹੁਣ ਜਦੋਂ
इस गल की चर्चा हो रही है कि भगत कबीर साहब जी ने बड़ा वड्डा समर्पण किया है। प्रभु के मार्ग ते चलदियां सारा संसार नूं विसार के केवल इक्को प्रभु की याद नूं उच्चतम जाणिया। तो कहते जे इस गल करके भगती करके ज्ञान करके किते चर्चा हुंदी है तो वो मेरा जतन किया जाता कि भगत कबीर साहब जी ने बंदगी की, जां उन्होंने ज्ञान की बड़ी दृढ़ साधना की, जां उन्होंने प्रभु मार्ग ते चल के पूरा दा पूरा ही समर्पण कर दिता। तो भगत कबीर साहब जी कहते आम लोग इस गल नूं मेरे नाल संबंधित करके करते हैं कि भगत कबीर साहब ने किया। तो भगत कबीर साहब जी कहते मैं दुनिया के लोगों नूं जां जिहड़े साधक सुहिरद सुजग लोग ने उन्होंने स्पष्ट कर देना चाहुंदा हाँ, कबीर ना हम किया ना करेंगे। कि अगर परमेश्वर की बंदगी के मार्ग ते चल के मेरा जीवन बड़ी उच्ची अवस्था वाला हो गया, रब्बी गुणां दे नाल भरपूर हो गया, जीवन दे विचों बंदगी दी ज्ञान दी होर तमाम रब्बी गुणां दी महक आउणी शुरू हो गई है, तो उहदे नाल आला दुआला जां जिहड़े धार्मिक साधक हन उन्हां दा भी भला होना शुरू हो गया है। तो भगत कबीर साहब जी कहते ना हम किया ना करेंगे। कि जिहड़ी ये चर्चा हो रही है भगत रूप दे विच ज्ञानी रूप दे विच ये मेरी नहीं है, क्योंकि मैं कर्म भी अर्पण कर दिता है। एक तो हुंदा ना कर्म का फल अर्पण कर देना, जिवें असीं आम करते हैं कि जिवें कोई सानू सफलता प्राप्त हो जाती है तो असीं वो हौमे ना पैदा होवे ते असीं यतन करते हैं कि नहीं कि सतगुरु की कृपा है, तेरा तुझको सौंपते क्या लग गया मेरा, मैं ना ही प्रभ सब किश तेरा, इस तरह के भाव असीं आखदे हां। तो असीं कर्म का फल अर्पण करते हाँ, कर्म नहीं अर्पण करते बहुती वारी। तो भगत कबीर साहब जी इस श्लोक दे विच कहंदे मैं कर्म भी अर्पण करदा हाँ। कि भावें हुण ये मनुख इवें तां मन लैंदा है, जिवें उदाहरण के तौर पर तो भगत कबीर साहब जी कहंदे ना हम किया, भाव के ना मैं करन वाला हाँ, ना करेंगे, ना ही कोई ऐसी समर्था है कोई याद सी कि एड्डी बंदगी दे मार्ग ते चल के इन्ना उच्चा जीवन हो जाए। कहंदे ये भी कोई चित चेता नहीं सी, ना कोई ख्याल सी ते ना कोई इस तरह की योजना सी। तो कहंदे ना कर सकै शरीर, और तीजी असलीयत है कि ना ही मेरे पास ऐसी समर्था सी। भाव के देखो कर्म दे करन दी बिरती नूं भी अर्पण कर देना। उहदे तीन नुकते भगत कबीर साहब ने कहा ना हम किया। पहली गल तो जो कुछ हो गया ये मैं नहीं किया, ना करेंगे। जे तुसीं सोचते हो कि भगत कबीर साहब ऐसा कर सकते हैं, कहंदे मेरे वस नहीं। तो कहंदे दूजी गल जे तुसीं कहो मैं खुद भी नहीं ऐसा करदा, और तीजी गल मेरे पास ऐसी समर्था भी नहीं है। एडा वड्डा कर्म का अर्पण अजे तक धार्मिक जगत च नहीं मिलता। अजे तक अब देखिया बड़ियां दा कर्म, बंदगी का कर्म देखिया है, दान का कर्म देखिया है, सेवा का कर्म देखिया है, पूरा अर्पण नहीं हुंदा बंदे कोलों। उन्होंने छड्ड किते ना किते उन्होंने रखना पैंदा है अपनी हों वाली होंद नूं बचा के कि मैं कर्म कीता है। तो इस प्रकार भगत कबीर साहब जी कहते ना हम किया। हुण इस श्लोक के दो तीन भाव बनते हैं, आप दे नाल साझे करा। भगत कबीर साहब जी जदों कहा ना हम किया, इहदा मतलब ये है कि जदों मनुख पूरी तरह परमेश्वर के हुक्म दे विच लीन हो जाता है तो उहदे हुक्म नूं, परमेश्वर की समर्था नूं, उहदे वरत रही जिहड़ी मेहरामत है उन्होंने वड्डा जाणदा है, तो फिर वो हौली हौली इस जाके सिखर ते पहुँच जाता है कि ना हम किया। पहली जो पहली दफ़ा चलदा उदों ख्याल हुंदा कि मैं नितनेम करदा, सेवा करदा जां संगत करदा। ज्यों जो बंदा अपनी हौं तो शुद्ध हुंदा है तो बिल्कुल प्रभु विच अभेद हुंदा जांदा है, फिर वो एक जाके इकबाल करदा है ना हम किया कि मेरे करन वाला नहीं। भगत कबीर साहब जी कहंदे निमन कुल दे विच मेरा जन्म है, उस कुल दे विच जिहदे विच ना ज्ञान की चर्चा है, ना बंदगी का अभ्यास है, केवल आम दुनियावी तल ते थोड़ा अपनी रिजक दीयां लोड़ां पूरीआं करके चलते जाने हाँ। ना हम किया कहंदे इस करके अजे तक कोई बंदगी का वड्डा आलम साडी कुल रीत दे विच पैदा ही नहीं होया। तो कहंदे जे हो गया तो इहदा मतलब ये नहीं कि मेरा अपना निज का यतन सी, ये यतन उस परमेश्वर की कृपा है कि इस कुल दे विच पैदा करके बंदगी का चाह पैदा किया, बंदगी का कर्म पैदा किया, तो बंदगी के सदका एडी वड्डी वडियाई की बख्शिश की। आरंभ दे विच जिक्र आया सी ना, भगत कबीर साहब जी ने बख्शिश की सी कि बलहारी इस जात को जिह जप्यो सिरजन हार। कहंदे जी अज जुलाहे कुल नूं
ਉਹਦੇ ਵਿੱਚ ਪੈਦਾ ਹੋਣ ਵਾਲੇ ਇੱਕ ਸ਼ਖਸ ਕਬੀਰ ਨੂੰ ਕੋਈ ਭਗਤ ਕਰਕੇ ਜਾਂ ਕੋਈ ਪਰਮ ਗਿਆਨੀ ਜਾਂ ਰੱਬੀ ਅਨੁਭਵ ਵਾਲਾ ਪੁਰਸ਼ ਕਰਕੇ ਜਾਣਦਾ ਹੈ ਤਾਂ ਮਤਾ ਇਹ ਕਹਿ ਲੈਣਾ ਕਿ ਮੇਰਾ ਨਿਜ ਯਤਨ ਹੈ। ਕਹਿੰਦੇ ਨਾ ਹਮ ਕੀਆ, ਇਹ ਤਾਂ ਪਰਮੇਸ਼ਰ ਦੀ ਕਿਰਪਾ ਸਰੂਪ ਹੈ ਕਿ ਇੱਕ ਨਿਮਨ ਕੁਲ ਦੇ ਵਿੱਚ ਆਪਣੇ ਦਾਸ ਨੂੰ ਪੈਦਾ ਕੀਤਾ, ਬੰਦਗੀ ਦੀ ਜਾਗ ਲਗਾਈ, ਸ਼ੁਭ ਕਰਮਾਂ ਦਾ ਇੱਕ ਭਾਵ ਪੈਦਾ ਕਰਕੇ ਤੇ ਉਹਦੇ ਜੀਵਨ ਨੂੰ ਇੰਨਾ ਉੱਚਾ ਚੁੱਕ ਦਿੱਤਾ ਕਿ ਸਭ ਜਗ੍ਹਾ ਜ਼ਿਕਰ ਹੈ। ਔਰ ਅੱਗੇ ਆਖਦੇ ਹਨ ਨਾ ਹਮ ਕਰਾਂਗੇ। ਹੁਣ ਦੂਜਾ ਭਾਵ ਕੀ ਹੈ ਭਗਤ ਕਬੀਰ ਸਾਹਿਬ ਜੀ ਸ਼ਲੋਕ ਦਾ ਭਾਵ ਕਿ ਜਦੋਂ ਜੀਵ ਨੂੰ ਸੋਝੀ ਆਉਂਦੀ ਹੈ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਗਿਆਨ ਦੀ ਸੋਝੀ ਆਈ, ਇਸ ਸੰਸਾਰ ਨੂੰ ਗਿਆਨ ਦੇ ਦ੍ਰਿਸ਼ਟੀਕੋਣ ਤੋਂ ਤੱਕਿਆ, ਆਤਮਿਕ ਜੀਵਨ ਦੇ ਜਾਗਣ ਦੇ ਨੁਕਤੇ ਤੋਂ ਤੱਕਿਆ ਤੇ ਸੰਸਾਰ ਬੜਾ ਭਿਆਨਕ ਪ੍ਰਤੀਤ ਹੋਇਆ। ਸੰਸਾਰ ਸਮੁੰਦਰ ਵਰਗਾ ਪ੍ਰਤੀਤ ਹੋਇਆ। ਵਕਾਰਾਂ ਦੀਆਂ ਇੰਨੀਆਂ ਲਹਿਰਾਂ ਨੇ, ਵਾਸਨਾਵਾਂ ਦਾ ਇੰਨਾ ਪ੍ਰਬਲ ਵਹਾਅ ਹੈ, ਜਿਹੜੇ ਕਾਮਾਦਿਕ ਆਦਿਕ ਪੰਜ ਦੂਤ ਹਨ ਨਿੱਤ ਜੀਵ ਨੂੰ ਕੋਂਦੇ ਹਨ। ਬੇਪ੍ਰਤੀਤੀ ਇੰਨੀ ਹੈ ਕਿ ਮਨੁੱਖ ਕਦੀ ਪ੍ਰਭੂ ਨੂੰ ਯਾਦ ਹੀ ਨਹੀਂ ਕਰਦਾ। ਅਤੇ ਧਰਮ ਦੇ ਵਿੱਚ ਵੀ ਇੰਨਾ ਉਲਝਣਪੁਣਾ ਹੈ ਕਿ ਅਗਰ ਬੰਦਾ ਸ਼ਾਮਲ ਹੋ ਜਾਏ ਤਾਂ ਭਰਮ ਜਾਂਦਾ ਹੈ ਅਤੇ ਹਉਮੈ ਮਨੁੱਖ ਨੂੰ ਫਿਰ ਠੱਗ ਲੈਂਦੀ ਹੈ। ਅਤੇ ਸੰਸਾਰ ਦਾ ਆਕਰਸ਼ਣ ਇੰਨਾ ਜ਼ਿਆਦਾ ਜ਼ੋਰਾਵਰ ਹੈ ਕਿ ਮਨੁੱਖ ਕੋਲੋਂ ਜੀਵਨ ਮਨੋਰਥ ਦਾ ਚਿੱਤ ਚੇਤਾ ਨਹੀਂ ਰਹਿੰਦੇ ਕਦੇ ਜਾਂਦੇ। ਜਦੋਂ ਇਹ ਸੰਸਾਰ ਦੀ ਹਾਲਤ ਦੇਖੀ ਅਤੇ ਉਸ ਤੋਂ ਬਾਅਦ ਦੇਖਿਆ ਕਿ ਮੇਰਾ ਜੀਵਨ ਸਾਬਤ ਰਹਿ ਜਾਏ, ਕਹਿੰਦੇ ਇਹ ਇੱਕ ਖਿਆਲ ਆਇਆ ਅਤੇ ਫਿਰ ਉਸ ਖਿਆਲ ਦਾ ਸਾਰਾ ਬਲ ਪਰਮੇਸ਼ਰ ਨੇ ਆਪ ਬਖਸ਼ਿਸ਼ ਕੀਤਾ। ਸੰਸਾਰ ਦੇ ਮੋਹ ਤੋਂ ਵੀ ਬਚੇ ਰਹੇ, ਵਕਾਰਾਂ ਦੀ ਮਾਰ ਤੋਂ ਵੀ ਬਚੇ ਰਹੇ, ਜੀਵਨ ਮਨੋਰਥ ਦੀ ਵੀ ਸੰਭਾਲ ਰਹੀ ਅਤੇ ਬੰਦਗੀ ਦਾ ਧਨ ਵੀ ਸੰਚਿਤ ਕਰ ਲਿਆ। ਕਹਿੰਦੇ ਸਾਰਾ ਕੁਝ ਜਿਹੜਾ ਕੀਤਾ ਹੈ ਨਾ ਹਮ ਕੀਆ। ਕਹਿਣ ਲੱਗੇ ਭਗਤ, ਕਹਿੰਦੇ ਕੋਈ ਨਾ ਮਹਾਤਮਾ ਦਰਿਆ ਦੇ ਕੰਢੇ ਬੈਠਾ ਹੋਇਆ ਸੀ। ਦਰਿਆ ਦੇ ਵਿੱਚ ਬੜਾ ਹੜ੍ਹ ਆਇਆ ਹੋਇਆ ਸੀ। ਬੜੇ ਬੜੇ ਵੱਡੇ ਰੁੱਖ ਵਹਿ ਕੇ ਆ ਰਹੇ ਸਨ, ਬਹੁਤ ਜ਼ਿਆਦਾ ਵੱਡੇ ਵੱਡੇ। ਉਹਦਾ ਨਾਲੇ ਇੱਕ ਚੇਲਾ ਵੀ ਬੈਠਾ ਹੋਇਆ ਸੀ। ਤਾਂ ਉਹ ਮਹਾਤਮਾ ਕਹਿਣ ਲੱਗਾ ਬਚਣਾ ਚਾਹੀਦਾ, ਬਚਣਾ ਚਾਹੀਦਾ, ਬਚਣਾ ਚਾਹੀਦਾ। ਉਹਨੇ 3 ਵਾਰੀ ਐਸੇ ਸ਼ਬਦ ਕਹੇ। ਉਹਦਾ ਚੇਲੇ ਨੇ ਸਮਝਿਆ ਕਿ ਸ਼ਾਇਦ ਮਹਾਤਮਾ ਨੂੰ ਇਉਂ ਲੱਗਾ ਹੈ ਕਿ ਦਰਿਆ ਦੇ ਵਿੱਚ ਹੜ੍ਹ ਵੱਧ ਰਿਹਾ ਅਤੇ ਆਪਾਂ ਨੂੰ ਪਿੱਛੇ ਹਟ ਕੇ ਚੱਲ ਜਾਣਾ ਚਾਹੀਦਾ, ਕਿਤੇ ਅਸੀਂ ਨਾ ਵਹਿ ਜਾਈਏ। ਉਹਨੇ ਸੁਭਾਵਿਕ ਕਹਿਣ ਲੱਗਾ ਮਹਾਤਮਾ ਜੀ ਚਲੋ ਆਪਾਂ ਪਿੱਛੇ ਹਟ ਜਾਂਦੇ ਹਾਂ, ਦਰਿਆ ਦੇ ਵਿੱਚ ਬੜਾ ਹੜ੍ਹ ਹੈ, ਕਿਤੇ ਵਹਿ ਨਾ ਜਾਈਏ। ਉਹ ਮਹਾਤਮਾ ਕਹਿਣ ਲੱਗਾ ਮੈਂ ਜਿਹੜੇ ਸ਼ਬਦ ਵਰਤੇ ਨੇ ਇਸ ਕਰਕੇ ਨਹੀਂ ਵਰਤੇ ਕਿ ਅਸੀਂ ਇੱਥੋਂ ਪਿੱਛੇ ਹਟ ਜਾਈਏ। ਮੇਰਾ ਮਤਲਬ ਇਹ ਹੈ ਕਿ ਸਾਡੀ ਹਸਤੀ ਕਿੱਡੀ ਕੁ ਹੈ, ਸਾਡਾ 70-80 ਕਿਲੋ ਭਾਰ ਹੋਏਗਾ। ਆਹ ਰੁੱਖ ਜਿਨ੍ਹਾਂ ਦਾ ਕੁਆਂਟਲਾਂ ਦੇ ਵਿੱਚ ਭਾਰ ਹੈ, ਕਈ ਟਨ ਭਾਰ ਹੈ, ਹੜ੍ਹ ਆਇਆ ਹੈ ਅਤੇ ਏਡੇ ਏਡੇ ਕੁਆਂਟਲਾਂ ਵਾਲੇ ਰੁੱਖਾਂ ਨੂੰ ਉਖਾੜ ਕੇ ਆਪਣੇ ਨਾਲ ਵਹਾਈ ਲਿਜਾ ਰਿਹਾ। ਅਤੇ ਮੈਂ ਤੈਨੂੰ ਕਹਿ ਰਿਹਾ ਕਿ ਸੰਸਾਰ ਦੇ ਵਿੱਚ ਵਕਾਰਾਂ ਦੀਆਂ ਲਹਿਰਾਂ ਇੰਨੀਆਂ ਭਿਆਨਕ ਨੇ ਅਤੇ ਕਦੀ ਭਾਵੇਂ ਜਿੱਡਾ ਵੱਡਾ ਮਰਜ਼ੀ ਜੀਵਨ ਹੋਵੇ ਇਹਨਾਂ ਸਾਹਮਣੇ ਨਹੀਂ ਠਹਿਰ ਸਕਦਾ। ਅਤੇ ਜੇ ਕੋਈ ਇਹਨਾਂ ਦੇ ਮਾਰ ਤੋਂ ਬਚ ਜਾਏ ਅਤੇ ਉਹ ਆਪਣਾ ਯਤਨ ਨਹੀਂ, ਉਹ ਪ੍ਰਭੂ ਦੀ ਕਿਰਪਾ ਹੀ ਜਾਣਨੀ ਚਾਹੀਦੀ ਹੈ। ਜਿਵੇਂ ਕਈ ਵਾਰੀ ਮੈਂ ਆਪਣੇ ਅਨੁਭਵ ਦੇ ਵਿੱਚ ਵਾਚਦਾ ਕਿ ਆਪਣੀ ਉਮਰ ਦੇ ਤਲ 'ਤੇ ਕੁਝ ਨਾਲ ਪੜੇ ਜਾਂ ਕੁਝ ਨਿਕਟਵਰਤੀ ਸਮੇਂ ਦੇ ਹਿਸਾਬ ਨਾਲ ਕਿਸੇ ਮਨਮੁਖੀ ਮਾਰਗ 'ਤੇ ਰਸਤੇ ਦੇ ਉੱਪਰ ਭਟਕ ਗਏ ਤਾਂ ਉਹਨਾਂ ਨੂੰ ਦੇਖ ਕੇ ਆਪਣਾ ਆਪ ਥੋੜ੍ਹਾ ਚੰਗਾ ਲੱਗਦਾ ਸੀ, ਅਸੀਂ ਚੰਗੇ ਹਾਂ। ਪਰ ਜਦੋਂ ਗੁਰਬਾਣੀ ਦੇ ਨੇੜੇ ਹੋ ਕੇ ਦੇਖਿਆ ਕਿ ਜਿਹੜੀ ਕੁਝ ਉੱਤਮਤਾ ਸਾਡੇ ਜੀਵਨ ਵਿੱਚ ਬਚੀ ਹੋਈ ਹੈ ਵੀ ਗੁਰੂ ਕੀ ਕਿਰਪਾ ਹੈ ਕਿ ਉਹਨੇ ਜਿੰਨਾ ਕੁ ਤੁਹਾਨੂੰ ਸ਼ਵੱਛ ਰੱਖਣਾ ਉਹਨੇ ਰੱਖ ਲੈਣਾ, ਜਿੰਨਾ ਕੁ ਬਚਾਉਣਾ ਉਹਨੇ ਬਚਾ ਲੈਣਾ। ਅਤੇ ਇਸ ਬਚਾਉਣ ਨੂੰ, ਇਸ ਸ਼ਵੱਛ ਰੱਖਣ ਨੂੰ ਕਦੀ ਆਪਣੀ ਹਉਮੈ ਨਹੀਂ ਬਣ ਦੇਣਾ ਚਾਹੀਦਾ। ਇਹਨੂੰ ਧੰਨਵਾਦ ਰੂਪ ਦੇ ਵਿੱਚ ਅਤੇ ਵਿਨਿਮਰਤਾ ਰੂਪ ਦੇ ਵਿੱਚ ਪ੍ਰਭੂ ਦੇ ਹੀ ਅਰਪਣ ਰੱਖਣਾ ਚਾਹੀਦਾ। ਭਗਤ ਸਾਹਿਬਾਨਾਂ ਨੇ ਬਾਣੀ 'ਚ ਕਿਹਾ ਨਾ, ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸਵਾਸ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਸਾਡੇ ਵਰਗੇ ਤਾਂ ਆਮ ਨੇ, ਬਿਲਕੁਲ ਆਮ ਨੇ। ਭਗਤ ਸਾਹਿਬਾਨ ਜਿਹੜੇ ਏਡੇ ਵੱਡੇ ਬੰਦਗੀ ਦੇ ਵਿੱਚ ਰਤਿਆ ਜੀਵਨ ਹੈ, ਉਹ ਵੀ ਇਸ ਗੱਲ ਦੇ ਅਨੁਭਵ ਨੂੰ ਕਹਿ ਰਹੇ ਨੇ ਕਿ ਲੋਭ ਲਹਿਰ ਅਦ ਨੀਚਰ ਬਾਜੈ ਕਾਇਆ ਡੂਬੈ ਕੇਸਵਾ। ਜਾਂ ਗੁਰੂ ਸਾਹਿਬ ਜੀ ਨੇ ਕਿਹਾ ਬਾਣੀ 'ਚ ਪਾਵਕ ਸਾਗਰ ਥਾ ਲਹਿਰ ਮੈਂ ਤਾਰ ਹੋ ਤਾਰਨ ਹਾਰੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਵਕਾਰਾਂ ਦੀ ਮਾਰ ਤੋਂ ਜਾਂ ਹੋਰ ਸਾਰੇ ਪੱਧਰਾਂ ਤੋਂ ਜਿਹੜਾ ਮੇਰਾ ਜੀਵਨ ਬਚ ਗਿਆ ਅਤੇ ਇਹ ਮੇਰਾ ਕੋਈ ਆਪਣਾ ਯਤਨ ਨਹੀਂ, ਨਾ ਹਮ ਕੀਆ, ਇਹ ਕੋਈ ਮੇਰਾ ਯਤਨ ਨਹੀਂ ਹੈ। ਨਾ ਕਰਾਂਗੇ ਅਤੇ ਨਾ ਕਰ ਹੀ ਸਕਦੇ ਸਾਂ, ਨਾ ਕਰ ਸਕਿਆ ਸਰੀਰ। ਭਾਵ ਕਿ ਜਦੋਂ ਮਾਇਆ ਦਾ ਪ੍ਰਭਾਵ ਛਾਉਂਦਾ ਹੈ ਉਦੋਂ ਨਾ ਸਮਝ ਕੰਮ ਕਰਦੀ ਹੈ, ਨਾ ਯਤਨ ਕੰਮ ਕਰਦਾ, ਅਤੇ ਨਾ ਹੀ ਭਾਵੇਂ ਕਿੰਨਾ ਮਨੁੱਖ ਉਹਦੇ ਮਗਰ ਬਲ ਲਗਾ ਲਏ ਉਹ ਵੀ ਕੰਮ ਨਹੀਂ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਕਿਆ ਜਾਣੋ, ਭਾਵ ਕਿ ਮੈਂ ਕੀ ਜਾਣ ਸਕਦਾ ਹਾਂ
कि ये तो इन्ना की है ना कि जे मान लो जे ज्ञानी के तौर पर जां बंदगी वाले पुरुष के तौर पर मेरी काशी दे विच चर्चा हो रही है तो वध तो वध इनू पता है, पर मैनू की पता कि किड्डी वड्डी उपमा मेरी जिहड़ी बंदगी करके संसार दे विच प्रगट हो गई है। कहंदे क्या जानूँ, किस तरीके नाल जान सकदा, नाल मैं ये भी नहीं जानदा। हुण जिवें उदाहरण के तौर पर असीं किरत करते हैं, 8 घंटे 10 घंटे किरत करिए तो वह रोजाना निश्चित हुंदा है कि वह जिहड़ा 400-500 जां जितनी भी उहदी रोजी का असी निश्चित किया हुंदा, निश्चित हुंदा कि 8-10 घंटे करेगा काम इन्ने पैसे मिलणगे। हुण प्रभु दे मार्ग दे विच कहंदे ये तो उहदी किरपा है। हुण ये थोड़ा कि जिन्नी उहदी किरपा प्राप्त हो गई एडा मेरा यतन सी, हो सकदा मेरा यतन बड़ा छोटा होवे, मेरी बंदगी दी रास, मेरा सेवा दा कर्म, मेरा प्रभु चिंतन सिफत सलाह वाला जिहड़ा जीवन है वो बड़ा छोटा जिहा होवे, पर उहदी किरपा दा आलम वड्डा वरस गया होवे। तो इस प्रकार कहंदे क्या जानो किश हर किया, प्रभु ने किहड़ी कला वरताई है कि सारी काशी दे विच चर्चा है। कोई भगत कबीर साहब जी नूं ज्ञानी संबोधन करदा है, कोई रसक पुरुष आखदा है, तो कोई इसे प्रकार भगत कबीर साहब जी कहंदे क्या जानो किश हर किया भयो कबीर कबीर। जे जदों इस गल दा एक होर भाव भी साझा किया जाता है, कहंदे जदों भगत कबीर साहब जी काशी विखे रहिंदे सन, बनारस विखे, तो जात अभिमानी लोगों ने, क्योंकि बहुत लोग उन्होंने श्रद्धालु बनने शुरू हो गए, क्योंकि भगत कबीर साहब जी ज्ञान का बड़ा तीखण उपदेश दे के लोकाई नूं करतार्थ करते सन, सीधे मार्ग ते पाउंदे सन। तां कर्मकांड की जिहड़ी बिरती सी, जिहड़ी भरमाउण वाली, उहदे तो हटाउंदे सन, निरोल निर्गुण भगती का मार्ग दसाउंदे सन, ते बड़े लोग उन्होंने श्रद्धालु बनने शुरू हो गए। और रोजाना उन्होंने घर विच संगत का ही माहौल बनिया रहा करना। ਜਿਹੜੇ ਜਾਤ ਅਭਿਮਾਨੀ लोग सन ਜਾਂ धर्म के नाम ਤੇ ਜਿਹੜੇ ਆਪਣੇ ਆਪ ਨੂੰ श्रेष्ठ समझते सन, वो दोवें वर्गां ਵਿੱਚ हो सकते हैं। जरूरी नहीं कि ब्राह्मण कुल ਦੇ ਵਿੱਚ ਹੋਣ, इस्लाम 'ਚ भी हो सकते हैं। उन्हां दोवां लोगों ने उपरले वर्ग के लोगों ने ਜਿਹੜੇ धार्मिक वर्ग 'ਚ कहे जाते हैं, ਕਹਿੰਦੇ एक गल फैला दी अपने कुछ आदमियों ਨੂੰ कह के कि फलाने दिन भगत कबीर साहब जी के घर ना बहुत वड्डा भंडार होना है, मतलब कि लंगर आदि होना, जग होना है। तो वो उन्होंने सारिਆਂ ਨੂੰ खुला सदा दिता है, खास करके महात्मावां नूं, साधुआं आदਿਕ ਨੂੰ। ये गल चलती गई। जो भगत कबीर साहब जी नूं पता लगा कि कांची तो बाहर बड़ी बड़ी दूर तक गल फैला दी है इन्होंने, तो भगत कबीर साहब जी भी घर दे विच तां अपने जीवन का गुजर बसर बड़े ठीक ठीक जिहा चलदा है, तो एडा वड्डा भंडार कित्थों कीता जाएगा। तो इस गल की भगत कबीर साहब जी कहते चिंता उपजी, पर नाल ही झिझकाया कि भगतां दी पैज रखण वाला जां जिहड़ा दीन दुखी है, उहदी सारी गल्लां नूं पूरीआं करन वाला अकाल पुरख आप है। तो उहदी रोज़ सिफत सलाह करदे हैं, याद संभालदे हिरदे विच वसाया होया है, तो फिर साडी इस कार दी चिंता वो करे, असीं क्यों करिए। कहंदे भगत कबीर साहब जी कहंदे फिर इस गल नूं विचार के माता लोई जी नूं नाल लैके अपने घर तो बाहर चले गए, किसी दूजे नगर चले गए। जाके उत्थे प्रभु भगती दे विच अकाल पुरख दे चिंतन दे विच लीन हो गए। इस गल की चिंता छड्ड दित्ती कि मगरों साधु महात्मा आउणगे, उन्होंने भोजन कौन कराएगा, किवें प्रबंध होएगा, सब कुछ छड्ड दित्ता। कहंदे भगत कबीर साहब जी चले गए। उन्ने चिर नूं भगत कबीर साहब जी का कोई बड़ा वड्डा धनाड़ श्रद्धालु सी, वो बहुत वड्डियां रसदां बहुत कुछ लैके आया। तो कुदरती उस दिन ही आया जिस दिन भंडारा सी, तो उन्हें आके बड़ियां वस्तां तैयार करके भंडार कर दिता, सारे महात्मावां नूं भोजन आदिक दी सेवा कर दित्ती, तो वो भाव के बड़े निहाल होए। तो इस तरह सारा कारज पूरा हो गया। फिर भगत कबीर साहब जी कुछ दिनों बाद कांची विखे फिर परते। जिहड़ा भगत कबीर साहब जी नूं मिले कहे तुसीं बड़ी वड्डी सेवा कीती, बड़ा वड्डा तुहाडा भंडार सी, बड़ा उत्तम भोजन छकाया, बड़ी सेवा भाव कीती। तो भगत कबीर साहब जी कहते कल्ला कल्ला मिल के मेरा धन्नवाद कर रहा, जां मेरी सिफत कर रहा, जां मेरा शुकराना कर रहा है। तो कहते मैं सोच रहा भी क्या जानूँ, पता नहीं की होया मेरे मगरों, जिहड़ा मैं तो किसी एक पद्धर के तल ते घबरा के गया सा, पर मगरों पता नहीं किहड़ी गला वरती है कि कल्ला कल्ला बंदा जिक्र कर रहा। इस करके कहते ना हम किया ना करेंगे ना कर सकै शरीर। इस श्लोक का मैं आरंभ में ये गल कही सी आप दे सन्मुख कि कर्म भी अर्पण कर देना। और सच्ची गल जे धर्म दे विच जदों बंदा कर्म का फल ते कर्म दोवें चीज़ां अर्पण कर दे ना, उदों जीवन दे विच कुछ आनंद की स्थिति बनती है, नहीं तो नहीं बनती। हुण तुसीं देखिया होना बहुत वारी आप जी ने कि धर्म दे विच बहुत इंसान लोग झगड़ते हैं, एक दूजे दे नाल तणाव रहिंदा है।
ਉਹਦਾ ਕਾਰਨ ਕੀ ਹੈ? ਜਾਂ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਬੰਦੇ ਦੀ ਹਉਂ ਬਣੀ ਰਹਿੰਦੀ, ਉਹਦਾ ਕਾਰਨ ਕੀ ਹੈ? ਕਰਮ ਨਹੀਂ ਅਰਪਣ ਕਰਨਾ ਹੁੰਦਾ। ਕਰਮ ਅਰਪਣ ਕਰਨ ਦੇ ਲਈ ਆਪਣੀ ਸਮੁੱਚੀ ਹੋਂਦ ਗਵਾਉਣੀ ਪੈਂਦੀ ਹੈ। ਤਾਂ ਇਸੇ ਪ੍ਰਕਾਰ ਉਹ ਹੋਂਦ ਗਵਾਈ ਕਿਵੇਂ ਜਾ ਸਕਦੀ ਹੈ? ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਮੈਂ ਦੇਖਿਆ ਐਸਾ ਕਿ ਜਿਹੜੀ ਵੀ ਅਸੀਂ ਕੋਈ ਸੇਵਾ ਕਰਦੇ ਹਾਂ ਉਹ ਸਾਡੀ ਹਉਂ ਨੂੰ ਗਵਾਉਣ ਦੇ ਲਈ ਹੈ, ਕਿ ਸਾਡੀ ਹਉਂ ਪੂਰੀ ਮਿਟ ਜਾਏ। ਉਦਾਹਰਨ ਦੇ ਤੌਰ 'ਤੇ ਅਸੀਂ ਕੋਈ ਝਾੜੂ ਆਦਿਕ ਦੀ ਸੇਵਾ ਕਰ ਰਹੇ ਹਾਂ। ਦੇਖੋ, ਇੱਕ ਝਾੜੂ ਹੈ, ਉਹ ਨਾਲ ਨਾਲ ਘੱਸਦਾ ਵੀ ਹੈ ਜ਼ਮੀਨ ਦੇ ਨਾਲ ਟਕਰਾਉਣ ਕਰਕੇ, ਅਤੇ ਨਾਲ ਨਾਲ ਕੂੜਾ ਵੀ ਸਾਫ਼ ਕਰਦਾ ਹੈ। ਤਾਂ ਉਹਦਾ ਪ੍ਰਤੀਕ ਭਾਵ ਇਹ ਬਣਦਾ ਹੈ ਕਿ ਜਿਵੇਂ ਜਿਵੇਂ ਤੇਰੇ ਮਨ ਦੇ ਅੰਦਰ ਗਿਆਨ ਦੀ ਬੁਹਾਰੀ ਚੱਲਦੀ ਰਹੇ, ਤੇਰੇ ਅੰਦਰੋਂ ਜਿਹੜਾ ਮੈਂ ਮੇਰੀ ਦਾ ਜਾਂ ਹਉਂ ਦਾ ਕੂੜਾ ਹੈ, ਇੱਕ ਬੁੱਕ ਜਿਹੜਾ ਝਾੜੂ ਘਸਿਆ ਹੈ ਪਰ ਉਹਨੇ ਕੂੜਾ ਵੀ ਤਾਂ ਘਰ ਤੋਂ ਬਾਹਰ ਕੱਢ ਦਿੱਤਾ ਹੈ। ਅਤੇ ਜੇ ਤੇਰੀ ਸੇਵਾ ਕਰਕੇ ਤੇਰੇ ਅੰਦਰੋਂ ਉੱਤਮ ਹੋਣ ਦਾ ਜਾਂ ਸ਼੍ਰੇਸ਼ਟ ਹੋਣ ਦੀ ਹਉਂ ਨਾ ਗਈ ਤਾਂ ਤੇਰੀ ਸੇਵਾ ਦਾ ਕੀ ਭਾਵ ਹੈ? ਇਸ ਕਰਕੇ ਗੁਰਬਾਣੀ ਜਦੋਂ ਵਾਕ ਕਹਿੰਦਾ ਨਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਤਾਂ ਉਹ ਬੜੀ ਇੰਟੈਂਸ ਗੱਲ ਹੈ। ਉਹਦੇ ਵਿੱਚ ਚਿੱਤ ਲਾਏ ਦਾ ਮਤਲਬ ਹੈ ਕਿ ਮੈਨੂੰ ਯਾਦ ਹੀ ਨਾ ਰਹੇ ਕਿ ਮੈਂ ਇਹ ਕਰਮ ਕਰ ਰਿਹਾ। ਅਤੇ ਜੇ ਕੋਈ ਮੇਰੇ ਕੋਲ ਆ ਕੇ ਐਸਾ ਕਰਮ ਵੀ ਕਰੇ ਤਾਂ ਮੈਂ ਉਹਦਾ ਜ਼ਿਕਰ ਨਹੀਂ ਕਰਾਂ। ਕਈ ਐਸੇ ਮੈਂ ਮਸਤਾਨੇ ਬੰਦੇ ਦੇਖੇ ਨੇ, ਉਹਨਾਂ ਦੇ ਕਿਸੇ ਕਰਮ ਦਾ ਜ਼ਿਕਰ ਹੋਣ ਲੱਗ ਪਏ ਉਹ ਝੱਟ ਉੱਥੋਂ ਭੱਜ ਜਾਂਦੇ ਨੇ, ਆਪਣਾ ਕਿਨਾਰਾ ਕਰ ਲੈਂਦੇ ਨੇ। ਕਈ ਵਾਰੀ ਦੇਖਿਆ ਮੈਂ, ਐਸਾ ਸੀ ਉਸਨੇ ਮਤਲਬ ਬਹੁਤ ਵੱਡਾ ਆਪਣਾ ਜੀਵਨ ਸੇਵਾ ਦੇ ਵਿੱਚ ਗੁਜ਼ਾਰਿਆ, ਤਾਂ ਕਿਤੇ 2-3 ਸਥਾਨ ਬੈਠੇ ਕਹਿਣ ਲੱਗੇ ਜੀ ਇਹਨਾਂ ਦੀ ਬੜੀ ਵੱਡੀ ਸੇਵਾ, ਅਤੇ ਉਸੇ ਵੇਲੇ ਚਲਾ ਗਿਆ। ਮੈਂ ਕਿਹਾ ਜੀ ਤੁਸੀਂ ਉਸੇ ਵੇਲੇ ਚਲੇ ਗਏ? ਕਹਿੰਦੇ ਮੈਂ ਤਾਂ ਆਪਣੇ ਆਪ ਦਾ ਮੁਕਤ ਹੋ ਰਿਹਾ ਵੀ ਮੈਂ ਨਹੀਂ ਕਰਦਾ, ਮੇਰਾ ਕੋਈ ਯਤਨ ਨਹੀਂ ਹੈ, ਪਰ ਇਹ ਸੰਸਾਰ ਹੈ ਕਿ ਫਿਰ ਮੈਨੂੰ ਉਸੇ ਖਿਆਲ ਦੇ ਨਾਲ ਭਰਦਾ ਹੈ, ਇਸ ਕਰਕੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚੰਗੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਹਮ ਕੀਆ ਨਾ ਕਰਹੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ ਹੁਣ ਨਾ ਹਮ ਕੀਆ ਦਾ ਇੱਕ ਹੋਰ ਵੀ ਭਾਵ ਹੈ। ਜੇ ਮੰਨ ਲਓ ਮਨੁੱਖ ਕੋਈ ਸ਼੍ਰੇਸ਼ਟ ਕਾਰਜ ਕਰਦਾ, ਜਿਵੇਂ ਬੰਦਾ ਕਥਾ ਹੀ ਕਰਦਾ ਹੈ, ਬਹੁਤ ਚੰਗੀ ਹੋ ਗਈ, ਬੜੀ ਗਹਿਰਾਈ ਦੀ ਹੋ ਗਈ ਹੈ, ਬਹੁਤ ਰਸ ਭਰੀ ਹੋ ਗਈ ਹੈ, ਤਾਂ ਮਨੁੱਖ ਇਹਦਾ ਮਾਣ ਕਰ ਲੇ ਕਿ ਮੈਂ ਕੀਤੀ ਹੈ। ਤਾਂ ਗੁਰਬਾਣੀ 'ਚ ਨਾ ਵਾਕ ਆਉਂਦੇ ਹਨ, ਅਸੀਂ ਜਿਵੇਂ ਗੁਰਬਾਣੀ 'ਚ ਵਾਕ ਆਉਂਦਾ, ਜਬ ਆਪਣੀ ਜੋਤ ਖਿੰਚ ਹੇਤੂ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ। ਇਹ ਤਾਂ ਉਹਨੇ ਦੇਹ ਦੇ ਵਿੱਚ ਪਾਉਣ ਦਾ ਵਾਜਾ ਵਜਾਇਆ ਹੈ, ਉਹਦੇ ਵਿੱਚ ਉਹਨੇ ਸ਼ਬਦ ਪਾਇਆ, ਉਹਦੇ ਵਿੱਚ ਉਹਨੇ ਬੁੱਧ ਪਾਈ, ਅਤੇ ਉਹਦੇ ਵਿੱਚ ਗਿਆਨ ਦਾ ਦੀਪਕ ਜਲਾਇਆ, ਤਾਂ ਕੋਈ ਗਿਆਨ ਦਾ ਵਾਕ ਬਾਹਰ ਆ ਰਿਹਾ। ਜੇ ਉਹ ਆਵਾਜ਼ ਦਾ ਪੱਧਰ ਹੀ ਬੰਦ ਕਰ ਦੇ, ਭਾਵੇਂ ਬੁੱਧੀ 'ਚ ਹੁਣ ਕਈ ਗੂੰਗੇ ਬੰਦੇ ਹੋਣਗੇ, ਹੋ ਸਕਦਾ ਉਹ ਬੜੇ ਵੱਡੇ ਫਿਲਾਸਫਰ ਹੋਣ, ਪਰ ਆਵਾਜ਼ ਨਹੀਂ ਕੋਲ ਤਾਂ ਦੁਨੀਆ ਨੂੰ ਕੀ ਦੱਸ ਸਕਦੇ ਨੇ ਆਪਣਾ ਗਿਆਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੂਲ ਰੂਪ ਦੇ ਵਿੱਚ ਆਪਣੇ ਨਿਕਟ ਰਹੋ ਕਿ ਸਾਡੀ ਉਤਪਤੀ ਕਿੱਥੋਂ ਹੋਈ ਹੈ, ਅਤੇ ਜਦੋਂ ਉਹਦੇ ਨੇੜੇ ਰਹੋਗੇ ਫਿਰ ਕਿਸੇ ਕਰਮ ਦੀ ਹਉਂ ਨਹੀਂ ਪੈਦਾ ਹੋਏਗੀ। ਗੁਰਬਾਣੀ 'ਚ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਨਾ ਹਮ ਕੀਆ ਨਾ ਕਰਹੇਂਗੇ, ਨਾ ਕਰ ਸਕੈ ਸਰੀਰ। ਇਸ ਕਰਕੇ ਮੈਂ ਕਈ ਅਨੁਭਵੀ ਪੁਰਸ਼ਾਂ ਨੇ ਮੈਨੂੰ ਅਰਦਾਸ ਦਾ ਇੱਕ ਢੰਗ ਦੱਸਿਆ ਹੋਇਆ ਕਿ ਜਦੋਂ ਗੁਰੂ ਘਰੋਂ ਚੱਲਣਾ ਉਦੋਂ ਵੀ ਧੰਨਵਾਦ ਕਰੋ ਕਿ ਮੇਰੇ ਕਦਮ ਗੁਰੂ ਘਰ ਦੀ ਤਰਫ ਚੱਲ ਰਹੇ ਨੇ, ਇਹਨਾਂ ਦੇ ਅੰਦਰ ਐਸੀ ਮਤ ਬੁੱਧ ਮੇਰੇ ਕੋਲ ਹੈ। ਕਹਿੰਦੇ ਬੈਠ ਕੇ ਜੇ ਅਗਰ ਇਕਾਗਰਤਾ ਬਣਦੀ ਹੈ, ਉੱਥੇ ਲਿਵਲੀਨਤਾ ਬਣਦੀ ਹੈ, ਉਹਦਾ ਵੀ ਧੰਨਵਾਦ ਕਰੋ। ਅਤੇ ਜਦੋਂ ਗੁਰੂਦੁਆਰ ਤੋਂ ਨਿਕਲਣ ਲੱਗੇ ਹੋ ਉਦੋਂ ਵੀ ਧੰਨਵਾਦ ਕਰੋ, ਅਤੇ ਨਾਲ ਅਰਦਾਸ ਕਰੋ ਕਿ ਇਹਦੀ ਸੰਭਾਲ ਬਣੀ ਰਹੇ। ਕਹਿੰਦਾ, ਮੈਂ ਕਿਹਾ ਜੀ ਇਹਦਾ ਭਾਵ ਕੀ ਹੋਏਗਾ? ਕਹਿੰਦੇ ਜਿਵੇਂ ਜਿਵੇਂ ਤੁਹਾਡਾ ਧੰਨਵਾਦ ਗਹਿਰਾ ਹੁੰਦਾ ਜਾਏਗਾ, ਤੁਹਾਡੀ ਜਿਹੜੀ ਸਾਧਨਾ ਹੈ ਉਹ ਵੀ ਗਹਿਰੀ ਹੁੰਦੀ ਜਾਏਗੀ, ਅਤੇ ਮੁੜ ਕੇ ਉਹ ਸਾਧਨਾ ਕਦੀ ਡੋਲੇਗੀ ਨਹੀਂ। ਫਿਰ ਪ੍ਰਭੂ ਆਪੇ ਹੀ ਸਾਰੇ ਕਰਮ ਦੀ ਸੰਭਾਲ ਕਰਵਾ ਲੈਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ ਕਹਿੰਦੇ ਇੱਕ ਨਾਮ ਅਕਾਲ ਪੁਰਖ ਦਾ ਕਿਹਾ ਜਾਂਦਾ, ਕਬੀਰ ਹੈ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਕਹਿੰਦੇ ਓਡੀ ਵਡਿਆਈ ਜਿੱਡੀ ਵੱਡੀ ਅਕਾਲ ਪੁਰਖ ਦੀ ਹੈ, ਓਡੀ ਵੱਡੀ ਹੀ ਉਹਨੇ ਭਗਤ ਕਬੀਰ ਭਾਵ ਜਿਹੜਾ ਜੁਲਾਹੇ ਕੁਲ ਦੇ ਵਿੱਚ ਕਿਹਾ ਜਾਂਦਾ ਹੈ ਉਸ ਦੀ ਕਰਵਾ ਦਿੱਤੀ ਹੈ। ਕਬੀਰ ਸੁਪਨੈ ਹੂੰ ਬਰੜਾਏ ਕੈ, ਦੇਹ ਮੁਖ ਨਿਕਸੈ ਰਾਮ। ਹੁਣ ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬੰਦਗੀ ਦੇ ਮਾਰਗ 'ਤੇ ਚੱਲ ਕੇ ਬੜੀ ਸਿਖਰਲੀ ਅਵਸਥਾ ਨੂੰ ਜਿਹੜੇ ਪ੍ਰਾਪਤ ਹੋ ਗਏ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਹਨ, ਔਰ ਉਹਦੇ ਵਿੱਚ ਭਾਵਨਾ ਰੱਖਦੇ ਹਨ ਕਿ ਐਸੇ ਵਡੇਰੇ ਪੁਰਖਾਂ ਦੀ ਮੈਨੂੰ ਸੰਗਤ, ਉਹਨਾਂ ਦੀ ਸੇਵਾ, ਉਹਨਾਂ ਦੀ ਕਦਮ ਬੋਸੀ ਪ੍ਰਾਪਤ ਹੋਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੁਪਨੈ ਹੂ ਬਰੜਾਏ ਕੈ, ਕਿ ਜਿਹੜੇ ਕੋਈ ਐਸੇ ਸ਼ਖਸ ਸੁਪਨੇ ਦੇ ਵਿੱਚ ਬਰੜਾਉਂਦਿਆਂ ਹੋਇਆਂ ਵੀ, ਨੀਂਦ ਦੇ ਵਿੱਚ ਬੋਲਦਿਆਂ ਹੋਇਆਂ ਵੀ ਜਿਨ੍ਹਾਂ ਦੇ ਮੁਖ 'ਚੋਂ ਰਾਮ ਨਿਕਲਦਾ ਹੈ, ਕਹਿੰਦੇ ਇਹੋ ਜਿਹੇ ਵੱਡੇ ਬੰਦਗੀ ਰਤੀਆਂ ਰੂਹਾਂ ਦੇ
ਤਾਂ ਕਿ ਪੱਗ ਕੀ ਪਾਨਹੀਂ। ਅਗਰ ਉਹ ਆਪਣੇ ਪੈਰਾਂ ਦੇ ਵਿੱਚ ਪਾਉਣ ਦੇ ਲਈ ਜੋੜਾ ਚਾਹੁੰਦੇ ਹਨ ਤਾਂ ਉਹਨਾਂ ਦਾ ਜੋੜਾ ਮੈਂ ਆਪਣੀ ਚਮੜੀ ਨੂੰ ਬਣਾ ਕੇ ਦੇ ਸਕਦਾ ਹਾਂ। ਐਡਾ ਵੱਡਾ ਮੇਰਾ ਉਹਨਾਂ ਦੇ ਪ੍ਰਤੀ ਐਡੀ ਵੱਡੀ ਸੇਵਾ ਅਤੇ ਐਡਾ ਵੱਡਾ ਸਤਿਕਾਰ ਭਾਵ ਮੇਰੇ ਮਨ ਦੇ ਵਿੱਚ ਹੈ। ਹੁਣ ਇਸ ਸ਼ਲੋਕ ਦਾ ਵੀ ਬੜਾ ਗਹਿਰਾ ਭਾਵ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸੁਪਨੇ ਹੂ ਬਰਡਾਏਕ ਹੈ। ਹੁਣ ਉਦਾਹਰਨ ਦੇ ਤੌਰ 'ਤੇ ਸੁਪਨੇ ਦੇ ਵਿੱਚ, ਨੀਂਦ ਦੇ ਵਿੱਚ ਬੰਦਾ ਉਹੀ ਕੁਝ ਬੜਬੜਾਉਂਦਾ ਹੈ ਜਾਂ ਉਹੀ ਕੁਝ ਉਹਦੇ ਨੀਂਦ ਦੇ ਵਿੱਚ ਉਹਦੇ ਮੂੰਹੋਂ ਨਿਕਲਦਾ ਹੈ ਜਿਹਦੇ ਵਿੱਚ ਉਹਦਾ ਬੜਾ ਚਿੱਤ ਖੁੱਭਿਆ ਹੋਵੇ। ਮਨੋਵਿਸ਼ਲੇਸ਼ਣ ਵਿਸ਼ਾ ਪੜ੍ਹੀ ਨਾ, ਮਨੋਵਿਗਿਆਨ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਕੋਈ ਕਰਮ ਜਾਂ ਵਿਚਾਰ ਸਾਡੇ ਮਸਤਕ 'ਤੇ ਕੋਈ 48 ਘੰਟੇ ਤੋਂ ਵੱਧ ਛਾਇਆ ਰਹੇ ਅਤੇ ਉਹਦੇ ਵਿੱਚ ਸਾਡਾ ਇਮੋਸ਼ਨ ਵੀ ਸ਼ਾਮਲ ਹੋ ਜਾਏ ਅਤੇ ਉਹਦੇ ਵਿੱਚ ਸਾਡੀ ਇਮੈਜੀਨੇਸ਼ਨ ਵੀ ਸ਼ਾਮਲ ਹੋ ਜਾਏ, ਪਰ ਉਹ ਸਾਨੂੰ ਉਹਦਾ ਅਸੀਂ ਸਾਕਾਰ ਰੂਪ ਨਾ ਦੇਖ ਸਕੀਏ, ਤਾਂ ਫਿਰ ਕੁਦਰਤੀ ਇੱਕ ਵਿਧਾਨ ਹੈ ਕਿ ਜਦੋਂ ਬੰਦਾ ਨੀਂਦ ਵਿੱਚ ਜਾਂਦਾ ਹੈ ਅਤੇ ਉਸ ਸਾਰੀ ਕਲਪਨਾ ਨੂੰ ਉਹ ਸੁਜੱਗ ਹੋਇਆਂ ਦੇਖਦਾ ਹੈ ਅਤੇ ਉਹਦੇ ਮੁੱਖ ਦੇ ਵਿੱਚ ਉਹੀ ਗੱਲ ਨਿਕਲਦੀ। ਇਸ ਕਰਕੇ ਬਹੁਤ ਵਾਰੀ ਦੇਖਣਾ ਕਿ ਸੁਪਨਾ ਉਸ ਚੀਜ਼ ਦਾ ਹੀ ਬਣਦਾ ਹੈ ਜਿਹੜੀ ਚੀਜ਼ ਦੀ ਤਰਫ ਚਿੰਤਨ ਜ਼ਿਆਦਾ ਸੀ, ਜਾਂ ਜਿਹੜੀ ਤਰਫ ਚਿੰਤਨ ਜ਼ਿਆਦਾ ਸੀ ਪਰ ਉਹ ਪੂਰਾ ਬੁੱਝਿਆ ਨਹੀਂ ਸੀ ਜਾ ਰਿਹਾ, ਫਿਰ ਉਹਨੂੰ ਸੁਪਨੇ ਦੀ ਕਲਪਨਾਮਈ ਅਵਸਥਾ ਦੇ ਵਿੱਚ ਬੁਝਾਇਆ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੁਪਨੇ ਹੂੰ ਬਰਡਾਏਕ ਹੈ। ਹੁਣ ਜਿਹਦਾ ਸਾਸ ਗਰਾਸ ਸਾਧਨਾ ਬਣੀ ਹੋਈ ਹੈ ਰਾਮ ਨਾਮ ਦੀ, ਜਿਹਦੀ ਸਵਾਸ ਗਰਾਸ ਬਣੀ ਹੋਈ ਹੈ, ਜਿਹੜਾ ਹਰ ਵੇਲੇ ਸਿਫਤ ਸਲਾਹ ਦੇ ਵਿੱਚ ਰਤਿਆ ਹੋਇਆ ਹੈ, ਜਿਹਦੀ ਜ਼ੁਬਾਨ 'ਤੇ ਚਰਚਾ ਵੀ ਗਿਆਨ ਦੀ ਹੈ, ਜਿਹਨੂੰ ਜੀਵਨ ਦੇ ਮਨੋਰਥ ਦੀ ਹਰ ਵੇਲੇ ਸੂਝ ਰਹਿੰਦੀ ਹੈ ਅਤੇ ਨਿਰਮਲ ਕਰਮ ਉਹਦੇ ਅੰਗ ਬਣੇ ਰਹਿੰਦੇ ਹਨ, ਤਾਂ ਇਹੋ ਜਿਹਾ ਹੀ ਮਨੁੱਖ ਨੀਂਦ ਵਿੱਚ ਬੜਬੜਾਏਗਾ। ਹੁਣ ਜਿਵੇਂ ਸੰਸਾਰੀ ਕਈ ਬੰਦੇ, ਜਿਵੇਂ ਮੈਂ ਆਪਣੇ ਨਿਕਟ ਦੇਖੇ ਕਈ ਜਿਹੜੇ ਬਹੁਤ ਨਿਤਨੇਮ ਦੇ ਬਹੁਤ ਪਿਆਰ ਵਾਲੇ ਅਭਿਆਸੀ ਸਨ, ਤਾਂ ਯਕੀਨਨ ਹੈ ਕਿ ਪਤਾ ਹੈ ਕਿ 4 ਵਜੇ ਉੱਠਣਾ ਜਾਂ 3 ਵਜੇ ਉੱਠਣਾ ਹੈ, ਤਾਂ ਉਹ ਕਈ ਵਾਰੀ ਦੇਖਣਾ ਉਹਨਾਂ ਮਤਲਬ ਇਸ ਤਰ੍ਹਾਂ ਉੱਠਣਾ ਕਿ ਜੇ ਕਿਤੇ ਸਮਾਂ ਤਾਂ ਨਹੀਂ ਹੋ ਗਿਆ, 2-2 3-3 ਵਾਰੀ ਉੱਠਣਾ। ਮੈਂ ਨਿਕਟ ਐਸਾ ਦੇਖਿਆ। ਤਾਂ ਉਹਦਾ ਭਾਵ ਕੀ ਹੁੰਦਾ ਸੀ ਕਿ ਹੁਣ ਇਹਨਾਂ ਦੀ ਦੇਹ ਆਮ ਨਹੀਂ ਰਹੀ, ਹੁਣ ਇਸ ਦੇਹ ਦੇ ਵਿੱਚ ਬੰਦਗੀ ਦਾ ਜਿਹੜੀ ਊਰਜਾ ਉਹ ਚੱਲਣ ਲੱਗ ਪਈ ਹੈ, ਅਤੇ ਬੰਦਗੀ ਦੀ ਊਰਜਾ ਜਦੋਂ ਉਹ ਛਾਲੇ ਮਾਰਦੀ ਹੈ ਤਾਂ ਉਦੋਂ ਇਹਨਾਂ ਦਾ ਉੱਠ ਕੇ ਕਰਨ ਨੂੰ ਜੀਅ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਡੀ ਵੱਡੀ ਅਵਸਥਾ ਵਾਲਾ ਬੰਦਾ। ਔਰ ਦੂਜੀ ਗੱਲ, ਅਸੀਂ ਸੁਪਨੇ ਵਿੱਚ ਬਰਡਾਉਣ ਨੂੰ ਮਤਲਬ ਕਿ ਬੇਹੋਸ਼ੀ ਦੀ ਹਾਲਤ ਮੰਨਦੇ ਆ, ਐਂ ਹੀ ਮੰਨਦੇ ਨਾ ਕਿ ਅਸੀਂ ਜਿਹੜਾ ਬੰਦਾ ਸੁਪਨੇ 'ਚ ਬੜਬੜਾਉਂਦਾ ਹੈ ਬੇਹੋਸ਼ ਹੈ, ਇਹਨੂੰ ਪਤਾ ਨਹੀਂ ਹੈ ਕੱਖ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਮੁਖ ਨਿਕਸੈ ਰਾਮ, ਅਗਰ ਕਿਸੇ ਦੀ ਬੇਹੋਸ਼ੀ ਭਰੀ ਨੀਂਦ ਵਾਲੀ ਹਾਲਤ ਦੇ ਵਿੱਚ ਵੀ ਉਹਦੇ ਮੁੱਖ 'ਚੋਂ ਰਾਮ ਨਿਕਲਦਾ ਹੈ ਤਾਂ ਦੇਖੋ, ਤੇ ਜਿਵੇਂ ਬੇਹੋਸ਼ੀ ਦੇ ਵਿੱਚ ਬੰਦੇ ਨੂੰ ਕੁਝ ਨਹੀਂ ਯਾਦ ਰਹਿੰਦਾ, ਜਿਵੇਂ ਡਾਕਟਰ ਬੰਦੇ ਦਾ ਇਲਾਜ ਕਰਨ ਲੱਗਿਆ ਉਹਨੂੰ ਬੇਹੋਸ਼ ਕਰਦੇ ਨੇ, ਉਹਨੂੰ ਕੁਝ ਨਹੀਂ ਯਾਦ ਰਹਿੰਦਾ ਮੈਂ ਕਿੱਥੇ ਪਿਆ, ਕਿਸ ਹਾਲਤ ਦੇ ਵਿੱਚ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੀਂਦ ਦੀ ਜਾਂ ਸੁਪਨ ਵਾਲੀ ਜਿਹੜੀ ਹਾਲਤ ਬੇਹੋਸ਼ੀ ਵਾਲੀ ਹੈ, ਅਗਰ ਜੇ ਇਸ ਅਵਸਥਾ ਦੇ ਵਿੱਚ ਬੰਦੇ ਦੇ ਮੁਖ ਤੋਂ ਰਾਮ ਨਿਕਲ ਰਿਹਾ ਤਾਂ ਸਮਝੋ ਉਹਦੇ ਅੰਦਰ ਕਿੰਨਾ ਗਹਿਰਾ ਪ੍ਰਭੂ ਦਾ ਚਿੰਤਨ ਸਮਾਇਆ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾ ਕੇ ਪੱਗ ਕੀ ਪਾਨਹੀਂ ਮੇਰੇ ਤਨ ਕੋ ਚਾਮ। ਏਡੀ ਵੱਡੀ ਅਵਸਥਾ ਵਾਲੇ ਗੁਰਮੁਖ ਦਾ ਜਿਹੜਾ ਹੈ ਮੇਰਾ ਜੀਅ ਕਰਦਾ ਹੈ ਕਿ ਉਹਦੀ ਸੇਵਾ ਕਰਨ ਦੇ ਲਈ ਆਪਣੇ ਚਮੜੇ ਦੀ ਜੁੱਤੀ ਬਣਾ ਕੇ ਉਹਦੇ ਪੈਰੀ ਪਾ ਦੇਵਾਂ। ਇਹਦਾ ਸਰਲ ਭਾਵ ਇਹ ਹੈ ਕਿ ਜਿਹੜਾ ਬੰਦਗੀ ਰਤਿਆ ਪੁਰਖ ਹੈ ਉਹਦਾ ਸਤਿਕਾਰ ਪ੍ਰਗਟ ਕਰਨ ਦਾ ਮਤਲਬ ਉਹ ਦੂਜੀ ਗੱਲ। ਹੁਣ ਜਿਵੇਂ ਅਸੀਂ ਕਿਤੇ ਵੀ ਗਰਦਿਸ਼ ਕਰਦੇ ਹਾਂ, ਸਾਡੀਆਂ ਅੱਖਾਂ ਨੇ ਪਹਾੜਾਂ ਦਾ ਨਜ਼ਾਰਾ ਦੇਖਣਾ, ਚੱਲ ਕੇ ਕੌਣ ਲਿਜਾਏਗਾ? ਪੈਰ ਲਿਜਾਣਗੇ, ਪੈਰਾਂ ਨਾਲ ਚੱਲ ਕੇ ਜਾਵਾਂਗੇ ਤਾਂ ਪਹਾੜਾਂ ਵਿੱਚ ਪਹੁੰਚਾਂਗੇ। ਗੁਰੂਦੁਆਰ ਆ ਕੇ ਸਤ ਸੰਗਤ ਵਿੱਚ ਬੈਠ ਕੇ ਨਾਮ ਰਸ ਦਾ ਅਨੁਭਵ ਕਰਨ ਨੂੰ ਮਨ ਕਰਦਾ ਹੈ, ਕੌਣ ਲੈ ਕੇ ਆਏਗਾ? ਪੈਰ ਲੈ ਕੇ ਆਉਣਗੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਤਾਂ ਕਿ ਪੱਗ ਕੀ ਪਾਨਹੀਂ, ਇਹ ਸੇਵਾ ਦਾ ਜਿਹੜਾ ਨੁਕਤਾ ਕਿਹਾ ਗਿਆ ਨਾ ਕਿ ਮੇਰੀ ਚਮੜੀ ਉਹਨਾਂ ਦੀ ਜੁੱਤੀ ਦੇ ਕੰਮ ਆ ਜਾਏ, ਇਹਦਾ ਮਤਲਬ ਹੈ ਕਿ ਉਹੋ ਜਿਹੇ ਬੰਦਿਆਂ ਦੇ ਚਰਨ ਬੜੇ ਪੂਜਨੀਕ ਹੋ ਜਾਂਦੇ ਨੇ ਅਤੇ ਉਹਨਾਂ ਦੀ ਪ੍ਰਥਮ ਜਿਹੜੀ ਸੇਵਾ ਜਿਹੜੀ ਠੀਕ ਰੂਪ ਦੇ ਵਿੱਚ ਜਾਂ ਬੜੀ ਭਾਵਨਾ ਵਾਲੀ ਬਣਦੀ ਹੈ ਕਿ ਉਹਨਾਂ ਦੇ ਕਦਮ ਦੀਆਂ ਜੁੱਤੀਆਂ ਬਣ ਜਾਵਾਂ, ਤਾਂ ਕਿ ਉਹਨਾਂ ਦੇ ਕਦਮਾਂ ਨੂੰ ਕੋਈ ਆਂਚ ਨਾ ਆਵੇ ਅਤੇ ਉਹਨਾਂ ਦੇ ਕਦਮ ਮੇਰਾ ਚਮੜਾ ਉਹਨਾਂ ਦੀ ਜੁੱਤੀ ਬਣ ਕੇ ਉਹਨਾਂ ਦੇ ਕਦਮ ਜਿੱਥੇ ਪੈਣ ਉਸੇ ਜਗ੍ਹਾ ਪ੍ਰਭੂ ਦੀ ਕੀਰਤੀ ਦਾ, ਉਹਦੇ ਗਿਆਨ ਦਾ ਅਤੇ ਅਕਾਲ ਪੁਰਖ ਦੀ ਸੋਝੀ ਦੇ ਗਿਆਨ ਰੂਪ ਦਾ ਪ੍ਰਕਾਸ਼ ਹੋ ਜਾਵੇ ਅਤੇ ਸਗਲੀ ਕਾਇਨਾਤ ਬੰਦਗੀ ਦੇ ਵਿੱਚ ਮੌਲੇ ਅਤੇ ਪਰਮੇਸ਼ਰ ਦੇ ਅਨੁਭਵ ਨੂੰ, ਪਰਮ ਰਸ ਨੂੰ ਮਾਣ ਕੇ ਜੀਵਨ ਦਾ ਵੱਡਾ ਆਨੰਦ ਮਾਣੇ। ਇਸ ਕਰਕੇ ਕਹਿੰਦੇ ਮੈਂ ਉਹਨਾਂ ਦੇ ਕਦਮਾਂ ਦੇ ਲਈ ਐਸਾ, ਇਹਦਾ ਇੱਕ ਹੋਰ ਵੀ ਭਾਵ ਹੈ ਮੇਰੇ ਤਾਂ ਕਿ ਪੱਗ ਕੀ ਪਾਨਹੀਂ ਦਾ ਭਾਵ ਕੀ ਹੈ ਕਿ ਉਹਨਾਂ ਦੇ ਜਿਹੜੇ ਕਦਮ ਚੱਲਣੇ ਨੇ
ਉਹਨਾਂ ਦੇ ਚੱਲਣ ਕਦਮਾਂ ਦੇ ਲਈ ਮੈਂ ਸਕੂਨ ਬਣ ਜਾਵਾਂ, ਜਾਂ ਉਹਨਾਂ ਦੇ ਕਦਮਾਂ ਦੇ ਲਈ ਮੈਂ ਸੁਖੈਨ ਬਣ ਜਾਵਾਂ, ਤਾਂ ਕਿ ਉਹ ਵਧੇਰੇ ਰੂਪ ਦੇ ਵਿੱਚ ਆਪਣੀ ਮਹਿਕ ਬਕੇਰ ਸਕਣ। ਭਾਵ ਕਿ ਜੇ ਪੈਰ ਦੇ ਵਿੱਚ ਜੁੱਤੀ ਨਹੀਂ ਹੈ ਤਾਂ ਜੇ ਬੰਦਾ ਚੱਲਣਾ ਵੀ ਚਾਹੇਗਾ ਤਾਂ ਮੁਸ਼ਕਿਲ ਹੋ ਜਾਏਗੀ, ਥੋੜ੍ਹਾ ਸਮਾਂ ਚੱਲ ਸਕੇਗਾ, ਥੱਕ ਜਾਏਗਾ, ਪੈਰ ਪਾਟ ਜਾਣਗੇ। ਪਰ ਕਹਿੰਦੇ ਮੈਂ ਜੁੱਤੀ ਬਣਦਾ ਮੇਰਾ ਸਿਲਸਿਲਾ ਇਹ ਹੈ ਕਿ ਉਹ ਲਗਾਤਾਰ ਆਪਣੇ ਕਦਮ ਚੱਲਦੇ ਰਹਿਣ ਅਤੇ ਮੇਰੀ ਸਫਲਤਾ ਇਹਦੇ ਵਿੱਚ ਹੋ ਜਾਵੇ, ਅਤੇ ਉਹਨਾਂ ਦਾ ਜਿਹੜਾ ਬੰਦਗੀ ਵਾਲਾ ਦਰਿਆ ਸਰੂਪ ਹੈ ਉਹ ਸਾਰਿਆਂ ਨੂੰ ਨਿਹਾਲ ਕਰ ਦੇਵੇ। ਇਸ ਕਰਕੇ ਕਹਿੰਦੇ ਮੈਨੂੰ ਇਹ ਪ੍ਰਵਾਨ ਹੈ। ਕਈ ਵਾਰੀ ਮੈਨੂੰ ਇੱਕ ਨੁਕਤਾ ਬੜਾ ਚੰਗਾ ਲੱਗਦਾ ਹੈ ਭਾਈ ਵੀਰ ਸਿੰਘ ਜੀ ਦਾ। ਉਹ ਕਹਿੰਦੇ ਜਿਹੜੀ ਗੁਰਬਾਣੀ ਹੈ ਨਾ, ਗੁਰੂ ਸਾਹਿਬ ਦਾ ਹਿਰਦਾ ਹੈ। ਮਤਲਬ ਜਿਵੇਂ ਹੁਣ ਅਸੀਂ ਕਈ ਵਾਰੀ ਬੰਦੇ ਦੇ ਚੰਗੇ ਵਿਚਾਰ ਸੁਣੀਏ ਨਾ, ਜਾਂ ਉਹਦੇ ਮਤਲਬ ਇਮੋਸ਼ਨ ਬੜੇ ਚੰਗੇ ਹੋਣ, ਤਾਂ ਅਸੀਂ ਅੰਦਾਜ਼ਾ ਜਿਹਾ ਲਗਾ ਲੈਂਦੇ ਕਿ ਇਸ ਬੰਦੇ ਦਾ ਦਿਲ ਬੜਾ ਪਵਿੱਤਰ ਹੈ, ਬੜੀ ਸੋਚਣੀ ਚੰਗੀ ਹੈ। ਤਾਂ ਭਾਈ ਵੀਰ ਸਿੰਘ ਨੇ ਕਿਹਾ ਕਿ ਗੁਰਬਾਣੀ ਗੁਰੂ ਸਾਹਿਬ ਦਾ ਹਿਰਦਾ ਹੈ। ਇਹ ਵਿਚਾਰ ਮੇਰੇ ਮਸਤਕ 'ਤੇ ਅਜੇ ਤੱਕ ਵੀ ਬੜੇ ਪੀਢੇ ਰੂਪ ਦੇ ਵਿੱਚ ਛਾਇਆ ਹੋਇਆ। ਤਾਂ ਉਹਦਾ ਭਾਵ ਹੈ ਕਿ ਹਿਰਦਾ ਮਤਲਬ ਕੀ ਹੈ ਕਿ ਹੋ ਸਕਦਾ ਹੈ ਕਈ ਵਾਰੀ ਬੰਦੇ ਦੀ ਸੂਰਤ ਸਾਨੂੰ ਨਾ ਚੰਗੀ ਲੱਗੇ, ਅਸੀਂ ਰੰਗ ਦੀ ਵੰਡ ਦੇ ਵਿੱਚ ਪਏ ਹੋਈਏ, ਉਹਦੇ ਕੱਦ ਦੀ ਵੰਡ, ਉਹਦੇ ਕੱਪੜਿਆਂ ਦੀ, ਇਹ ਬੜਾ ਕੁਝ ਹੋ ਸਕਦਾ ਹੈ। ਪਰ ਹਿਰਦਾ ਜਿਹੜਾ ਉਹ ਬੜਾ ਕੋਮਲ ਹੁੰਦਾ ਔਰ ਬੜਾ ਸਵੱਛ ਹੁੰਦਾ। ਅਤੇ ਗੁਰੂ ਸਾਹਿਬ ਭਾਈ ਵੀਰ ਸਿੰਘ ਨੇ ਕਿਹਾ ਕਿ ਗੁਰਬਾਣੀ ਗੁਰੂ ਸਾਹਿਬ ਦਾ ਹਿਰਦਾ ਹੈ। ਤਾਂ ਉਹਦੇ ਵਿੱਚ ਹੁਣ ਹਿਰਦੇ ਦੇ ਦਰਸ਼ਨ ਕਰਨੇ ਹੋਣ ਸਤਿਗੁਰੂ ਦੇ ਹਿਰਦੇ ਦੇ। ਕੋਈ ਬੰਦਾ ਜਿਵੇਂ ਅੱਜ ਦੇ ਸਮੇਂ 'ਚ ਦੁਨੀਆ ਬੜੀ ਉਹ ਕੰਪਲੈਕਸ ਜਿਹੀ ਹੁੰਦੀ ਜਾ ਰਹੀ ਹੈ, ਅਤੇ ਕੋਈ ਵੀ ਆਪਣਾ ਨਿੱਜੀ ਰਾਜ ਚਾਹੇ ਬੰਦਗੀ ਵਾਲਾ, ਚਾਹੇ ਔਗਣ ਵਾਲਾ, ਜਾਂ ਚਾਹੇ ਉੱਚਾਈ ਵਾਲਾ ਨਹੀਂ ਸਾਂਝਾ ਕਰਦਾ ਬੰਦਾ। ਪਰ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਵੱਡੇ ਵੱਡੇ ਅਨੁਭਵ ਰੱਖੇ ਨੇ। ਦੇਖੋ ਭਗਤ ਕਬੀਰ ਸਾਹਿਬ ਜੀ ਨੇ ਰੱਖੇ ਹੋਏ ਨੇ ਕਿ ਮੋਹ ਮਰਨੇ ਕਾ ਚਾਉ ਹੈ, ਆਪਣੇ ਨਿੱਜ ਦੀ ਗੱਲ ਕਰ ਰਹੇ ਨੇ ਸਾਡੇ ਨਾਲ। ਤਾਂ ਇਸੇ ਪ੍ਰਕਾਰ ਗੁਰਬਾਣੀ 'ਚ ਸਤਿਗੁਰੂ ਦੇ ਵਾਕ ਨੇ, ਨਾਨਕ ਭੁਗੋਇਦ ਜਨ ਤੁਰਾ ਤੇਰੇ ਚੱਕ ਰਾਮਪਾ ਖਾਕ। ਜਾਂ ਗੁਰੂ ਰਾਮਦਾਸ ਸਾਹਿਬ ਆਖਦੇ ਹਨ, ਗੁਰਸਿੱਖਾ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੀ। ਤਾਂ ਮੈਂ ਕਈ ਵਾਰੀ ਸੋਚਦਾ ਕਿ ਗੁਰਸਿੱਖਾਂ ਨੇ ਹੋਰ ਕਿੱਥੋਂ ਸਿੱਖਣਾ ਹੈ, ਹੋਰ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ ਕਿ ਜੇ ਗੁਰੂ ਸਾਹਿਬ ਗੁਰਸਿੱਖਾਂ ਦੀ ਸੇਵਾ ਲੋੜਦੇ ਨੇ, ਜਾਂ ਐਸੇ ਪੂਰਨ ਗੁਰਸਿੱਖਾਂ ਦੀ ਸੁਹਬਤ ਲੋੜਦੇ ਨੇ, ਅਤੇ ਅਸੀਂ ਸਿੱਖ ਹੋ ਕੇ ਸਿੱਖ ਦੀ ਕਿਉਂ ਨਹੀਂ ਲੋੜ ਸਕਦੇ? ਭਈ ਸਾਨੂੰ ਐਸਾ ਕੀ ਘਾਟ ਹੈ ਜਾਂ ਕੀ ਕਮਜ਼ੋਰੀ ਹੈ ਸਾਡੇ ਜੀਵਨ ਦੇ ਵਿੱਚ? ਅੱਜ ਦੇਖੀਦਾ ਗੁਰਸਿੱਖ ਸਮਾਜ ਦੇ ਵਿੱਚ ਜਾਂ ਸਿੱਖ ਸਮਾਜ ਦੇ ਵਿੱਚ ਬੰਦਿਆਂ ਦੇ ਸੁਭਾਅ ਕਰਕੇ, ਅਕਲ ਕਰਕੇ, ਸੰਬੰਧਾਂ ਕਰਕੇ ਇੰਨੇ ਤਣਾਅ ਨੇ। ਤਾਂ ਉਹ ਜਦੋਂ ਵਾਕ ਵੀ ਪੜ੍ਹਦੇ ਨਾ, ਇੱਕ ਪਿਤਾ ਇੱਕ ਸਿਕੇ ਮੁਬਾਰਕ, ਤਾਂ ਖਿਆਲ ਆਉਂਦਾ ਹੈ ਕਿ ਬੰਦੇ ਦੇ ਤਾਂ ਇੰਨੇ ਤਣਾਅ ਚੱਲਦੇ ਨੇ, ਵਾਕ ਕਿਹੜੇ ਤਰੀਕੇ ਨਾਲ ਪੜ੍ਹੀ ਜਾ ਰਿਹਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਕਿ ਔਰ ਦੂਜੀ ਗੱਲ, ਜਦੋਂ ਬੰਦਾ ਇਹਦੇ ਵਿੱਚ ਦੋ ਭਾਵ ਨੇ, ਜਿਵੇਂ ਨਾ ਮੈਂ ਕਦੇ ਤੁਸੀਂ ਦੇਖਿਆ ਹੋਣਾ ਪਿੰਡਾਂ ਦਾ ਮਾਹੌਲ, ਮੈਂ ਕਈ ਐਸੇ ਦੇਖੇ ਨੇ, ਕਈ ਬਜ਼ੁਰਗ ਐਸੇ ਜਿਹੜੇ ਵਿੱਦਿਆ ਨਹੀਂ ਪ੍ਰਾਪਤ ਕਰ ਸਕੇ। ਉਦੋਂ ਕੋਈ ਵਿੱਦਿਆ ਦਾ ਮਾਹੌਲ ਨਹੀਂ ਸੀ, ਨਾ ਉਹਨਾਂ ਦਾ ਕੋਈ ਯਤਨ ਸੀ ਐਸਾ, ਪਰ ਮੈਂ ਦੇਖਿਆ ਉਹ ਥੋੜ੍ਹੇ ਬਹੁਤੇ ਪੜ੍ਹੇ ਲਿਖੇ ਦਾ ਵੀ ਬੰਦੇ ਦਾ ਬੜਾ ਸਤਿਕਾਰ ਕਰਦੇ ਸਨ। ਚਾਹੇ ਉਹਨਾਂ ਤੋਂ ਉਮਰ 'ਚ ਕਿੰਨਾ ਹੀ ਛੋਟਾ ਹੋਣਾ ਉਹ ਬੱਚੇ ਵੀ ਹੋਣੇ, ਤਾਂ ਉਹਨਾਂ ਨੂੰ ਉਹਨਾਂ ਨੇ ਮਤਲਬ ਜਿੰਨਾ ਕੁ ਉਹਦੇ ਲਈ ਕਰ ਸਕਦੇ ਸਾਨੂੰ ਕਰਦੇ ਹੁੰਦੇ ਸਨ। ਤਾਂ ਉਹਦਾ ਭਾਵ ਸੀ ਕਿ ਇਹਨਾਂ ਬੰਦਿਆਂ ਨੂੰ ਪਤਾ ਹੈ ਕਿ ਵਿੱਦਿਆ ਦਾ ਜਿਹੜਾ ਦਾਨ ਹੈ ਉਹਦੀ ਸਾਡੇ ਕੋਲੋਂ ਤਾਂ ਅਣਹੋਂਦ ਰਹੀ, ਪਰ ਜੇ ਇਹਦੇ ਕੋਲ ਆ ਗਈ ਤਾਂ ਬੰਦਾ ਚੰਗਾ ਹੈ, ਅਤੇ ਇਸ ਕਰਕੇ ਉਹਦਾ ਸਤਿਕਾਰ ਕਰਦੇ ਸਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਮੇਰਾ ਜੀਵਨ ਇੰਨੀ ਉਚਾਈ ਤੱਕ ਨਹੀਂ ਪਹੁੰਚ ਸਕਦਾ, ਭਾਵ ਕਿ ਮੈਂ ਸੰਸਾਰੀ ਸੁਭਾਅ ਵਾਲਾ ਹਾਂ, ਉਨੀ ਬੰਦਗੀ, ਉਨੀ ਘਾਲਣਾ, ਉਹਨਾਂ ਨਹੀਂ ਉਸ ਚੀਜ਼ ਦੇ ਵਿੱਚ ਖੁੱਭ ਕੇ ਰਹਿ ਸਕਦਾ, ਅਤੇ ਜੇ ਉਹਨਾਂ ਦੀ ਸੇਵਾ ਦੇ ਲਈ ਇੰਨਾ ਕੁ ਵੀ ਪ੍ਰਾਪਤ ਹੋ ਜਾਵੇ ਕਿ ਉਹਨਾਂ ਦੇ ਚਰਨਾਂ ਦਾ ਜੋੜਾ ਹੀ ਬਣ ਜਾਵਾਂ, ਤਾਂ ਇਹ ਵੀ ਜੀਵਨ ਦੀ ਬੜੀ ਵੱਡੀ ਸਫਲਤਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਕਿ ਪਾਕੀ ਪਾ ਨਹੀਂ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਐਸੇ। ਔਰ ਦੂਜੀ ਗੱਲ, ਉਂਝ ਕਿਸੇ ਅਰਥ ਕਰਕੇ ਜੀਵਨ ਨਹੀਂ ਸਫਲ ਹੁੰਦਾ, ਪਰ ਜੇ ਸੇਵਾ ਦਾ ਐਸਾ ਭਾਵ ਬਣ ਜਾਏ ਤਾਂ ਸਮੁੱਚਾ ਹੀ ਜੀਵਨ ਸਫਲ ਹੈ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਹੁਣ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਸਾਨੂੰ ਸਾਡੇ ਜੀਵਨ ਦੀ ਅਸਲੀਅਤ ਦੇ ਨੇੜੇ ਲਿਜਾ ਰਹੇ ਹਨ। ਬੜੇ ਮਾਣ ਪੈਦਾ ਹੁੰਦੇ ਨੇ ਬੰਦੇ ਦੇ ਅੰਦਰ, ਸੁੰਦਰ ਹੋਣ ਦੇ, ਅਮੀਰ ਹੋਣ ਦੇ, ਸਜੀਵ ਹੋਣ ਦੇ, ਬੜੇ ਮਾਣ ਪੈਦਾ ਹੁੰਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸਲੀਅਤ ਕੀ ਹੈ ਸਾਡੀ? ਮਾਟੀ ਕੇ ਹਮ ਪੂਤਰੇ, ਮਿੱਟੀ ਦੇ ਪੁਤਲੇ ਬਣਾਏ ਹੋਏ ਹਾਂ, ਔਰ ਨਾਮ ਰੱਖਿਆ ਹੋਇਆ ਮਾਨਸ, ਮਨੁੱਖ ਰੱਖਿਆ ਸਾਡਾ ਨਾਮ। 4 ਦਿਵਸ ਕੇ ਪਾਹੁਨੇ, 4 ਕੁ ਦਿਨਾਂ ਦੇ ਪ੍ਰਾਹੁਣੇ ਹਾਂ, ਵੱਡ ਵੱਡ ਰੂੰਦੇ ਠਾਓ। ਅਤੇ ਇਸੇ ਪ੍ਰਕਾਰ ਮਾਣ ਮੱਤ ਦੇ ਵਿੱਚ ਰੱਤੇ ਫਿਰਦੇ ਹਾਂ, ਪਰ ਇਹ ਨਹੀਂ ਪਤਾ ਕਿ 4 ਕੁ ਦਿਨਾਂ ਦੇ ਇੱਥੇ ਹਾਂ। ਹੁਣ ਜਦੋਂ ਕਿਹਾ ਮਾਟੀ ਕੇ ਹਮ ਪੂਤਰੇ, ਤਾਂ ਇਸ ਗੱਲ ਨੂੰ ਵਾਚਣ ਦੇ ਲਈ ਇਸ ਅਨੁਭਵ ਦੇ ਵਿੱਚ ਉਤਰਨਾ ਪਏਗਾ ਕਿ ਮਿੱਟੀ ਦੇ ਕਿੰਨੇ ਅਸੀਂ ਬੁੱਤ ਦੇਖੇ ਨੇ, ਮੂਰਤੀਆਂ ਆਦਿ ਕਿੰਨੀਆਂ ਦੇਖੀਆਂ ਹੋਇਆਂਗੇ,
कोई मूर्ति साह नहीं लेंदी, कोई मूर्ति देखदी नहीं तो कोई मूर्ति महसूस नहीं करती, कुछ नहीं। वो सिर्फ उतना ही पई रहिंदी है। मीह हनेरी आवे, ਉਹਦੇ नेड़े कोई चीक मार रहा, कोई हस रहा, मूर्ति ਨੂੰ कुछ नहीं अनुभव हो रहा क्योंकि मिट्टी दी है। पर परमेश्वर की रचना का देखो कि उन्हें पंजां तत्तां दा संजोग रला के एक मिट्टी का कलबूत खड़ा किया, पर वो मिट्टी का कलबूत हसदा भी है, रोंदा भी है, महसूस भी करता है, गाउंदा भी है, सब कुछ करता है। काहदे करके? ये शरीरा मेरा हर तुम मैं जोत रखी। भी ये मिट्टी नूं वेखो प्यार भी महसूस हुंदा, दुख भी हुंदा, इनू दर्द भी हुंदा, इसे मिट्टी नूं। काहदे करके? क्योंकि इहदे अंदर प्रभु की जोत विद्यमान है। एक दुनियावी बंदा बुत बनाउंदा, बुत तां बना सकदा है, हो सकदा मनुख नालों चंगे नैण नक्श बना दे। हुण जिवें कई वारी बुत देखो तो जिहड़े बड़ी बुत कला दे माहर ने, कई बारी बुद्धि चकत रह जाती है कि इन्नी सुंदरता, इन्नी बारीकी, हो सकता मनुख की सूरत नालों ज़्यादा वधिया बुत बना देवे, पर उस बुत नूं तड़का नहीं सकता। उस बुत के अंदर जीवन की धड़कन नहीं पा सकता बुत घड़न वाला। पर परमेश्वर ऐसा वड्डा करता है, मिट्टी के बुत साजदा है और उन्हां बुत्तां नूं धड़कन भी ला दिंदा है। तो भगत कबीर साहब जी कहते माटी के हम पूतरे मानस राखियो नाओ, तो साडा नाम मानस रखिया होया है, पर सानू मिट्टी के बुत्तां नूं ये गल भुल गई है कि असी इत्थे 4 कुछ दिन की साडी औद है, बुत बाद च खुर जाने ने, मिट जाने ने। कहंदे उन्हां दे विच भरम के एवें गर्व हंकार करदे फिरदे हाँ, बड़ बड़ रूंदे ठाव। गुरबाणी च वाक ने, माटी को पुत्रा कैसे नचत है, देखै देखै सुनै बोलै दौड़ियो फिरत है, जब कछ पावै तब गर्भ करत है, माया गई तब रोवन लगत। जा गुरबाणी च वाक प्राप्त ने, काठ की पुत्री कहा करै बपुरी, खिलावन हारो जानै, जा 5 तत्व को तन रचियो, जन हो चतुर सुजान। तो इसे प्रकार भगत कबीर साहब जी कहते 4 दिवस के पाहुने, 4 दिनों की जीवन की औध है, पर जीवन का मान बड़ा वड्डा रख बैठे हैं। कहते बड़ बड़ रूंदे ठाओ। इस करके एक सतसंगी मनुख की साधना का यह पक्ष है कि रोज़ाना कुछ मिनट बैठ के उन्होंने अपने शरीर वाली होंद वसार के ना अपनी आत्म जोत के दर्शन करने के यतन करने चाहिए ने कि वो किहड़ी शक्ति है कि जिहड़ी हुण शरीर दे विच विचर रही है तो अखां देख रही ने, वो हुण शरीर दे विच है तो कंन सुन रहे ने। वो किहड़ी शक्ति है जिहड़ी जदों निकल जाएगी तो ना अखां देख सकणगियां, ना कंन सुन सकणगे, तो ना शरीर नूं कुछ महसूस होएगा। इस करके रोज़ाना कुछ मिनट अभ्यास बनाउणा चाहिए, खास करके सतसंगी मनुख नूं। क्यों? क्योंकि हुण रोज़ाना आनंद साहब की बाणी तां पढ़ रहा है, जे वो रोज़ाना उस अनुभव दे विच उतरेगा ही नहीं तो उन्होंने किवें पता लगेगा कि शरीर तो वड्डी भी कोई होंद इहदे विच वस रही है। तो भगत कबीर साहब जी कहते 4 दिवस के पाहुने, बड़ बड़ रूंदे ठाओ। अपनी मिट्टी होण दी जिहड़ी असलीयत है उन्होंने भुल गए ने ते अपने आप नूं कंचन मन के बैठ गए ने, ते भावें कंचन भी होवे ते अंतमता उहदा राख ही। तो भगत कबीर साहब जी कहते बड़ बड़ रूंदे ठाओ, कबीर मेहंदी कर घालिया, आप पीसाए पीसाए। तो इस प्रकार भगत कबीर साहब जी अगले श्लोक में बख्शिश करते हैं, कबीर मेहंदी कर घालिया। जिवें मेहंदी जिहड़ी वस्त है उन्हें जो पीसिया जाता बड़ा बारीक, जो पहला तोड़िया जाता फल रूप के उदों भी वो डोडे आदक जे होंदे ने, उस तो बाद जो तोड़ के वो पाउडर आदक वांग बन जाती है। फिर जो लगाउणा हुंदा फिर उन्होंने पी के चंगी तरह किया जाता तो फिर जाके किसी के अंगां ते लगदी है। तो भगत कबीर साहब जी कहते आप पीसाए पीसाए। कहते इस प्रकार तै सह बात ना पूछिए, कबहू ना लाई पाए। मेहंदी वांग अपने आप नूं पी पी के बड़ा बारीक कर लिया, पर प्रभु ने फिर भी अपने चरनां दे नाल ना लाया। तो इस श्लोक का भाव यह है कि जिहड़े मनुख ये समझते हैं कि आप कि मैं अपनी हों वाली भावना रख के कि मैं इस तरह का कर्म किया, सेवा की, बाणी पढ़ी, होर सारे तमाम कर्म किए। भगत कबीर साहब जी कहते अगर हों रख के अपने कर्मां नूं, अपने ज्ञान कर्म इंद्रियां नूं मथ मथ के किन्ना भी मेहंदी वर्गा कर लिया जाए, पर जिन्ना चिर हों भावना अंदरों नहीं जाएगी उन्ना चिर जिहड़ा मालक है वो बात नहीं पुछदा, तो ना ही वो अपने चरनां दे नाल लगाउंदा, ते हिरदे विच उहदा प्रेम नहीं पैदा हुंदा। इस श्लोक का भाव यह है कि जिवें हुण कई ऐसे साधक हुंदे ने अध्यात्मक कर्म बड़ी पाबंदी दे नाल करनगे,
बड़ी अनुशासनता दे नाल करनगे, पर हिरदे 'ਚ कोई भावना नहीं है। भावना का मतलब की है कि वो एक मशीन वांग पै जाते हैं। कल भी किते मैं किते चर्चा कर रहा सी, उहदे विच ऐसा ही भाव सी। तो उहदा भाव ये है कि कई बारी बंदे मशीन बन जाते हैं। वो मैं कई बारी देखदा, कई जो इंसान कहण मैनूं कहिंदे ना आके जी मेरा नितनेम एक घंटे 'ਚ पूरा हो जाता, जे मैं कर लेना तो मैनूं थोड़ा शक होण लग पैंदा उहदे ते भी ये पूरा कर लैंदा जां हो जांदा तो चलो मन सकते हैं। ਜਿਹੜਾ कर ਲੈਂਦਾ ਇਹਦਾ मतलब ਇਹ ਕਿਤੇ ਨਾ ਕਿਤੇ ਤਾਂ ਇਹਦੇ ਅੰਦਰ ਦਾ ਕੁਝ ਕਮਜ਼ੋਰ ਹੈ ਪੱਖ, ਕਿ ਜੇ ਕਿਤੇ ਇੱਕ ਵੀ ਗੁਰਬਾਣੀ ਦੀ ਪੰਕਤੀ ਬੰਦੇ ਦੇ ਹਿਰਦੇ ਨੂੰ ਵੱਜ ਜਾਏ ਤਾਂ ਉਹਦਾ ਉਹ ਸਮੇਂ ਦੀ ਲਿਮਟ ਟੁੱਟ ਜਾਂਦੀ ਹੈ। ਜਿਹੜਾ ਸਮੇਂ ਦੀ ਲਿਮਟ 'ਚ ਹੀ ਰਵੇ ਤਾਂ ਉਹ ਫਿਰ ਪ੍ਰੀਤ ਦਾ ਅਧਿਕਾਰੀ ਨਹੀਂ ਕਿਹਾ ਜਾ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪ ਪੀ ਸਾਏ ਜਿਹੜੇ ਇਸ ਤਰ੍ਹਾਂ ਦੇ ਨੇ ਕਿ ਕਰਮ ਨੂੰ ਆਪਣਾ ਮੰਨ ਕੇ ਚੱਲਦੇ ਰਹੇ ਔਰ ਬੜੀ ਬਾਰੀਕੀ ਦੇ ਨਾਲ ਕੀਤਾ, ਪਰ ਉਹਦੇ ਅੰਦਰੋਂ ਆਪਣੀ ਹਉ ਨਾ ਕੱਢ ਸਕੇ ਅਤੇ ਪ੍ਰੇਮ ਨਾ ਪੈਦਾ ਕਰ ਸਕੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੈ ਸਹਿ ਬਾਤ ਨਾ ਪੁੱਛੀ ਹੈ ਕਬਹੂ ਨਾ ਲਾਈ ਪਾਏ। ਫਿਰ ਉਹ ਨਹੀਂ ਦੇਖਿਆ ਜਾਂਦਾ ਕਿ ਉਹਨੇ ਕਰਮ ਕਿੰਨਾ ਵੱਡਾ ਕੀਤਾ, ਦੇਖਿਆ ਜਾਂਦਾ ਉਹਦੀ ਭਾਵਨਾ ਦਾ ਪੱਧਰ ਉਹਦੇ ਵਿੱਚ ਕਿੰਨਾ ਸ਼ਾਮਲ ਸੀ। ਜਿਵੇਂ ਨਾ ਇਸ ਗੱਲ ਦਾ ਭਾਵ ਪ੍ਰਮਾਣ ਰੱਖਦੇ ਆਪਦੇ ਸਰਮੁਖ। ਤਾਂ ਮਹਾਤਮਾ ਬੁੱਧ ਕਿਸੇ ਨਗਰ ਵਿੱਚ ਠਹਿਰੇ ਹੋਏ ਸਨ, ਤਾਂ ਕਾਫੀ ਦਿਨ ਠਹਿਰੇ ਤਾਂ ਉਹਨਾਂ ਉੱਥੋਂ ਚਲੇ ਜਾਣਾ ਸੀ। ਤਾਂ ਉੱਥੋਂ ਦੇ ਜਿਹੜੇ ਰਾਜੇ ਧਨਾੜ ਸੇਠ ਬੜੇ ਲੋਕ ਬੜੀਆਂ ਵੱਡੀਆਂ ਭੇਟਾਵਾਂ ਲੈ ਕੇ ਆਏ, ਉਹਨਾਂ ਦੇ ਸਾਹਮਣੇ ਰੱਖੀਆਂ ਅਤੇ ਮਹਾਤਮਾ ਬੁੱਧ ਆਰਾਮ ਨਾਲ ਬੈਠੇ ਰਹੇ, ਕੁਝ ਨਹੀਂ ਉਹਨਾਂ ਨੇ ਕਿਹਾ, ਬਸ ਚਲੋ ਜੀ ਸਤਿ ਸ੍ਰੀ ਅਕਾਲ। ਇੱਕ ਉੱਥੇ ਗਰੀਬ ਰਹਿੰਦਾ ਸੀ, ਬੜਾ ਕੋਈ ਸ਼ਰਧਾਲੂ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਮਹਾਤਮਾ ਬੁੱਧ ਨੇ ਅੱਜ ਚਲੇ ਜਾਣਾ ਹੈ, ਉਹਦੇ ਕੋਲ ਵਿਚਾਰੇ ਕੋਲ ਕੁਝ ਵੀ ਨਹੀਂ ਸੀ, ਨਾ ਪੈਸਾ ਨਾ ਕੱਪੜਾ, ਕੁਝ ਵੀ ਨਹੀਂ ਸੀ। ਉਹ ਕੀ ਸੀ, ਕੁਦਰਤੀ ਉਹਨੂੰ ਬੜੇ ਦਿਨਾਂ ਬਾਅਦ ਇੱਕ ਅੰਬ ਪ੍ਰਾਪਤ ਹੋਇਆ ਸੀ ਅਤੇ ਉਹ ਉਹਨੂੰ ਖਾ ਰਿਹਾ ਸੀ, ਅੱਧਾ ਕੁ ਖਾ ਚੁੱਕਾ ਸੀ। ਉਹਦੀ ਭਾਵਨਾ ਨੇ ਉਛਾਲਾ ਮਾਰਿਆ ਅਤੇ ਉਹ ਜੂਠਾ ਅੰਬ ਲੈ ਕੇ ਚਲ ਗਿਆ ਉਹਨਾਂ ਕੋਲ। ਉਹ ਅੱਗੇ ਜਾ ਕੇ ਰੱਖਤਾ ਅਤੇ ਮਹਾਤਮਾ ਬੁੱਧ ਆਪਣੇ ਪਲੰਗ ਤੋਂ ਉੱਠੇ, ਉਹਨਾਂ ਅੱਗੇ ਆ ਕੇ ਉਹਦਾ ਸਤਿਕਾਰ ਅਭਿਵਾਦਨ ਪ੍ਰਵਾਨ ਕੀਤਾ ਅਤੇ ਆਪ ਉਹਦੇ ਹੱਥੋਂ ਲੈ ਕੇ ਨਾ ਜਿਹੜਾ ਉਹ ਅੰਬ 'ਤੇ ਪ੍ਰਵਾਨ ਕੀਤਾ ਅਤੇ ਉਹਦਾ ਬੜਾ ਸ਼ੁਕਰਾਨਾ ਕੀਤਾ। ਲਾਗੇ ਬਿੰਬੀਸਾਰ ਦੇ ਹੋਰ ਬੜੇ ਰਾਜੇ ਬੈਠੇ ਸਨ। ਉਹ ਕਹਿਣ ਲੱਗੇ ਮਹਾਤਮਾ ਬੁੱਧ ਨੂੰ ਕਿ ਸਾਡੀਆਂ ਭੇਟਾਵਾਂ 'ਚ ਕੋਈ ਕਮੀ ਸੀ ਕਿ ਉਹ ਅਸੀਂ ਲਾਗੇ ਲਿਆ ਕੇ ਰੱਖ ਦਿੱਤੀਆਂ, ਤੁਸੀਂ ਦੇਖਿਆ ਹੀ ਨਹੀਂ। ਇਹਦਾ ਇੱਕ ਅੰਬ ਉਹ ਵੀ ਜੂਠਾ, ਅਤੇ ਇਹਨੂੰ ਉੱਤਰ ਕੇ ਤੁਸੀਂ ਗਾਂਹ ਅੱਗੇ ਆ ਕੇ ਪ੍ਰਵਾਨ ਕਰ ਲਿਓ, ਇਹ ਕਿੱਡਾ ਕੁ ਵਿਸ਼ੇਸ਼ ਹੈ। ਤਾਂ ਮਹਾਤਮਾ ਬੁੱਧ ਕਹਿਣ ਲੱਗੇ ਇਹਦੀ ਭੇਟਾ ਦਾ ਭਾਵ ਵੱਡਾ ਹੈ। ਉਹ ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਤੁਹਾਡੇ ਕੋਲੋਂ ਕਰੋੜਾਂ ਦੀ ਜਾਇਦਾਦ ਹੈ, ਤੁਸੀਂ ਲੱਖ ਭੇਟ ਵੀ ਕਰ ਦਿੱਤਾ ਤਾਂ ਕਿਹੜੀ ਗੱਲ ਹੈ। ਇਸ ਬੰਦੇ ਕੋਲੋਂ ਕੁਝ ਵੀ ਨਹੀਂ ਸੀ, ਅਤੇ ਜਿਹੜਾ ਇਹਦੇ ਕੋਲ ਬਚਿਆ ਸੀ ਬੜੇ ਦਿਨਾਂ ਬਾਅਦ ਇਹਨੂੰ ਅੰਬ ਪ੍ਰਾਪਤ ਹੋਇਆ, ਇਹਦੀ ਆਪਣੀ ਪਤਾ ਨਹੀਂ ਅਜੇ ਰਸ ਪੂਰਾ ਹੋਇਆ ਕਿ ਨਹੀਂ ਹੋਇਆ, ਇਹਦੀ ਆਪਣੀ ਅਜੇ ਪਤਾ ਨਹੀਂ ਭੁੱਖ ਮਿਟੀ ਕਿ ਨਹੀਂ ਮਿਟੀ, ਪਰ ਇਹਦੀ ਭਾਵਨਾ ਕਹਿੰਦੀ ਕੋਈ ਨਾ, ਆਪ ਭੁੱਖੇ ਰਹਿ ਲਾਂਗੇ, ਆਪ ਥੋੜ੍ਹੇ ਦਿਨ ਬਾਅਦ ਆਨੰਦ ਮਾਣ ਲਾਂਗੇ, ਪਰ ਜਿਹਦੇ ਨਾਲ ਪ੍ਰੀਤ ਆ ਉਹਦੇ ਸਾਹਮਣੇ ਕੁਝ ਨਾ ਕੁਝ ਤਾਂ ਰੱਖਣਾ ਹੀ ਰੱਖਣਾ ਹੈ। ਕਹਿੰਦੇ ਇਸ ਕਰਕੇ ਇਹਦੀ ਭੇਟਾ ਦੇ ਭਾਵ ਵੱਡੇ ਨੇ, ਤਾਂ ਕਰਕੇ ਮੈਂ ਅੱਗੇ ਉੱਤਰ ਕੇ ਆ ਕੇ ਪ੍ਰਵਾਨ ਕੀਤੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੈ ਸਹਿ ਬਾਤ ਨਾ ਪੁੱਛੀ ਹੈ ਕਬਹੂ ਨਾ ਲਾਈ ਪਾਏ। ਜਿੰਨਾ ਚਿਰ ਆਪਣੀ ਹਉ ਕੱਢ ਕੇ ਯਤਨ ਨਹੀਂ ਕੀਤਾ ਜਾਂਦਾ। ਭਾਈ ਗੁਰਦਾਸ ਸਾਹਿਬ ਆਖਦੇ ਨਾ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਅਤੇ ਭਾਵਨਾ, ਮੈਨੂੰ ਕਿਸੇ ਨੇ ਪੁੱਛਿਆ ਕਿ ਭਾਵਨਾ ਮਜ਼ਬੂਤ ਕਿਵੇਂ ਹੁੰਦੀ ਹੈ। ਮੈਂ ਕਿਹਾ ਜਿਵੇਂ ਦੇ ਵੀ ਹਿਰਦੇ ਦੇ ਭਾਵ ਨੇ ਉਵੇਂ ਦਾ ਗੁਰਬਾਣੀ ਵਿੱਚੋਂ ਸ਼ਬਦ ਖੋਜੋ ਅਤੇ ਉਹਦਾ ਗਾਇਨ ਬਣਾਓ। ਜਿਵੇਂ ਹੁਣ ਸਮਾਪਤੀ ਤੋਂ ਬਾਅਦ ਸ਼ਬਦਾਂ ਦਾ ਗਾਇਨ ਕਰਾਇਆ ਜਾਂਦਾ ਤਾਂ ਬੜੀ ਆਵਾਜ਼ ਢਿੱਲੀ ਜਿਹੀ ਆਉਂਦੀ ਹੈ, ਮੈਨੂੰ ਉੱਥੋਂ ਪਤਾ ਲੱਗ ਜਾਂਦਾ ਬੰਦੇ ਭਾਵਨਾ 'ਚ ਨਹੀਂ ਬੈਠੇ ਹੋਏ। ਜਿਹਦਾ ਭਾਵਨਾ ਦਾ ਉਛਾਲ ਹੋਵੇ ਨਾ ਤਾਂ ਉਹਦੇ ਅੰਦਰੋਂ ਆਪ ਮੁਹਾਰੇ ਨਿਕਲਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੈ ਸਹਿ ਬਾਤ ਨਾ ਪੁੱਛੀਐ ਕਬਹੂ ਨਾ ਲਾਈ ਪਾਏ। ਜਿੰਨਾ ਚਿਰ ਹਉ ਕੱਢ ਕੇ ਪ੍ਰੀਤ ਭਾਵਨਾ ਦੇ ਵਿੱਚ ਨਹੀਂ ਗੁੜਿਆ ਜਾਂਦਾ, ਉਂਝ ਭਾਵੇਂ ਸਾਧਨਾ ਦੇ ਯਤਨ ਪੂਰੇ ਕਰ ਲਏ ਉਹ ਆਪਣੇ ਆਪ ਦੇ ਵਿੱਚ ਠੀਕ ਹੋਣਗੇ, ਪਰ ਜਿਹੜਾ ਪਰਮੇਸ਼ਰ ਦੇ ਨਿਰਮਲ ਭਾਉ ਦੀ ਉਹਦੀ ਬਖਸ਼ਿਸ਼ ਦੀ ਪ੍ਰਾਪਤੀ ਇਸੇ ਢੰਗ ਨਾਲ ਹੋ ਸਕਦੀ ਹੈ। ਸੋ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸਲੋਕਾਂ ਦੁਆਰਾ ਉਪਦੇਸ਼ ਕਰਕੇ ਸਾਨੂੰ ਨਵਾਜ਼ਿਸ਼ ਕਰਦੇ ਹਨ ਕਿ ਯਤਨ ਕਰੋ, ਕਰਮ ਕਰੋ, ਨਾ ਕਰਮ ਦੀ ਹਉ ਰੱਖੋ ਅਤੇ ਨਾ ਕਰਮ ਦੇ ਫਲ ਨੂੰ ਆਪਣਾ ਜਣਾਓ, ਸਮੁੱਚੇ ਰੂਪ ਨੂੰ ਪ੍ਰਭੂ ਦੀ ਹੀ ਬਖਸ਼ਿਸ਼ ਜਾਣੋ। ਇਸੇ ਪ੍ਰਕਾਰ ਸਾਡੇ ਜਿਹੜੇ ਜੀਵਨ ਦੇ ਵਿੱਚ ਬੰਦਗੀ ਵਾਲੇ ਉੱਚੇ ਅਭਿਆਸ ਵਾਲੇ ਹਨ, ਉਹਨਾਂ ਦਾ ਸਤਿਕਾਰ, ਉਹਨਾਂ ਦੀ ਸੇਵਾ ਭਾਵ, ਉਹਨਾਂ ਦੀ ਸੋਭਤ ਵਿੱਚ ਰਹਿਣਾ ਆਪਣੇ ਜੀਵਨ ਦਾ ਕਰਮ ਬਣਾਓ। ਸਾਡੇ ਜੀਵਨ ਦੀ ਅਸਲੀਅਤ ਨਾਸ਼ਵਾਨ ਹੋਣਾ ਹੈ। ਇਸ ਪ੍ਰਕਾਰ ਕਿਸੇ ਪ੍ਰਕਾਰ ਦੇ ਮਾਣ ਅਹੰਕਾਰ ਵਿੱਚ ਨਹੀਂ ਪੈਣਾ ਚਾਹੀਦਾ। ਤਾਂ ਇਸੇ ਪ੍ਰਕਾਰ ਜਿਤਨਾ ਵੀ ਯਤਨ ਕਰਨਾ ਹੈ ਉਹਨੂੰ ਪ੍ਰੇਮ ਦੀ ਭਾਵਨਾ ਸਹਿਤ ਕਰੀਏ ਤਾਂ ਕਿ ਉਹ ਜਿਹੜਾ ਕਰਮ ਹੈ ਵਧੇਰੇ ਫਲ ਜਾਵੇ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸਲੋਕਾਂ ਦੇ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਣ ਜੀ।
ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਵਿਆਖਿਆ ਦਾ ਯਤਨ ਸੇਵਾ ਰੂਪ ਦੇ ਵਿੱਚ ਵਿਚਾਰ ਰੂਪ ਦੇ ਵਿੱਚ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ